ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਸਭ ਨੂੰ ਜੀਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 9 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503 415909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸੰਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ JD ਟਰੱਕ ਸਟਾਪ ਨਾਈਲਜ਼ ਮਿਸ਼ੀਗਨ, ਹਾਈਵੇ 31 ਦੇ ਉੱਤੇ ਨਾਰਥ ਆਫ I-80 ਤੇ ਸਾਊਥ ਆਫ I-94 ਫੁੱਲ ਸਰਵਿਸ ਮੋਬਾਈਲ ਸਰਵਿਸ ਗਰਾਜ ਦੀਆਂ ਸੇਵਾਵਾਂ ਉਪਲਬਧ ਹਨ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਖਰੀਦ ਸਕਦੇ ਹੋ। ਰੈਸਟੋਰੈਂਟ, ਲਿਕਰ ਸਟੋਰ ਅਤੇ ਟਰੱਕ ਵਾਸ਼ ਦੀ ਸੇਵਾ ਵੀ ਇੱਥੇ ਉਪਲਬਧ ਹੈ। ਕਾਲ 2694798048। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊਯਾਰਕ ਸਟੇਟ ਨੇ ਅੱਜ ਅਨਾਉਂਸ ਕਰਤਾ ਵੀ ਉਹ ਵੀ ਹੋਰ USA ਦੀਆਂ ਸਟੇਟਸ ਵਾਂਗ ਇਨਡੋਰ ਮਾਸਕ ਮੈਂਡੇਟ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਕੈਲੀਫੋਰਨੀਆ, ਨਿਊ ਜਰਸੀ, ਓਰੇਗਨ ਤੇ ਕੁਝ ਹੋਰ ਸਟੇਟਸ ਨੇ ਅਨਾਉਂਸ ਕਰਤਾ ਵੀ ਇਨਡੋਰ ਮਾਸਕ ਮੈਂਡੇਟ ਨੂੰ ਉਹ ਲਿਫਟ ਕਰਨ ਜਾ ਰਹੇ ਆ ਫਰਵਰੀ ਤੇ ਮਾਰਚ ਦੇ ਵਿੱਚ। ਨਿਊਯਾਰਕ ਦੇ ਗਵਰਨਰ ਜਿਹੜੇ ਆ ਉਹ ਅੱਜ ਅਨਾਉਂਸ ਕਰਨ ਜਾ ਰਹੇ ਆ ਵੀ ਅਸੀਂ ਨਿਊਯਾਰਕ ਦੇ ਵਿੱਚ ਵੀ ਮੈਂਡੇਟ ਨੂੰ ਖਤਮ ਕਰਾਂਗੇ, ਕਿਉਂਕਿ ਬਹੁਤ ਵਿਰੋਧ ਵੀ ਹੋ ਰਿਹਾ। ਲੋਕ ਹੁਣ ਵੈਕਸੀਨੇਟਡ ਵੀ ਬਹੁਤ ਹੋ ਗਏ ਆ ਤੇ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਗਿਣਤੀ ਜਿਹੜੀ ਆ ਬਹੁਤ ਘਟ ਰਹੀ ਹੈਗੀ ਆ। ਤੇ ਜਿਹੜੇ ਲੋਕ ਆਪਣੀਆਂ ਨੌਕਰੀਆਂ ਤੋਂ ਫਾਇਰ ਹੋ ਰਹੇ ਆ ਤੇ ਵੈਕਸੀਨੇਟਡ ਨਹੀਂ, ਸੋ ਉਹਨਾਂ ਦਾ ਜਿਹੜਾ ਕਾਫੀ ਰੌਲਾ ਰੱਪਾ ਚੱਲ ਰਿਹਾ ਹੈਗਾ। ਸੋ ਇਸ ਕਰਕੇ ਵੀ ਪ੍ਰੈਸ਼ਰ ਬਹੁਤ ਆ, ਸਕੂਲ ਬੱਚਿਆਂ ਦਾ ਪ੍ਰੈਸ਼ਰ ਬਹੁਤ ਆ ਵੀ ਜਿਹੜੀਆਂ ਗੇਮਸ ਖੇਲਦੇ ਆ ਉਸ ਟਾਈਮ ਦੇ ਉੱਤੇ ਜਿਹੜਾ ਮਾਸਕ ਪਾਉਣ ਨਾਲ ਬਹੁਤ ਔਖਾ ਹੈਗਾ ਆ, ਸਾਹ ਨਹੀਂ ਆਉਂਦਾ ਸਹੀ ਜਦੋਂ ਕਿਸੇ ਨੇ ਦੌੜਨਾ ਆ। ਸੋ ਹੌਲੀ ਹੌਲੀ ਸਟੇਟਸ ਆਪਣੇ ਹੌਸਪੀਟਲਾਂ ਵੱਲ ਦੇਖ ਕੇ ਵੀ ਕਿੰਨੇ ਕੁ ਲੋਕ ਐਡਮਿਟ ਹੈਗੇ ਆ, ਕਿੰਨੇ ਕੁ % ਵੈਕਸੀਨੇਟਡ ਹੈਗੇ ਆ, ਤੇ ਇਹਨਾਂ ਨੇ ਮਾਸਕ ਵਾਲੀ ਰਿਕੁਆਇਰਮੈਂਟ ਜਿਹੜੀ ਆ ਉਸ ਨੂੰ ਖਤਮ ਕਰਨ ਵੱਲ ਸ਼ੁਰੂਆਤ ਕਰ ਦਿੱਤੀ ਹੈ। ਜੀ ਬਿਲਕੁਲ। ਬੀਤੇ ਕਈ ਦਿਨਾਂ ਤੋਂ ਜਿਹੜੀ ਉੱਥੋਂ ਦੀ ਗਵਰਨਰ ਆ ਕੇਥੀ ਹੌਚਲ, ਉਹ ਇਸ਼ਾਰਾ ਕਰ ਰਹੇ ਸੀਗੇ ਵੀ ਇਸ ਮਾਸਕ ਮੈਂਡੇਟ ਨੂੰ ਐਕਸਪਾਇਰ ਜਿਹੜਾ ਉਹ ਹੋਣ ਦੇਣਗੇ, ਅੱਗੇ ਇਸ ਨੂੰ ਜਿਹੜਾ ਉਹ ਨਹੀਂ ਵਧਾਉਣਗੇ। ਪਿਛਲੇ ਵਰੇ 2020 ਦੇ ਵਿੱਚ ਐਪੀ ਸੈਂਟਰ ਸੀਗਾ ਨਿਊਯਾਰਕ, ਜਿੱਥੇ ਸਭ ਤੋਂ ਜ਼ਿਆਦਾ ਰਿਕਾਰਡ ਤੋੜ ਕੋਵਿਡ ਪੈਂਡੈਮਿਕ ਦੇ ਦੌਰਾਨ ਜਿਹੜਾ ਉਹ ਕੋਵਿਡ ਦੀਆਂ ਮੌਤਾਂ ਤੇ ਆંકੜੇ ਜਿਹੜੇ ਉਹ ਵਧੇ ਸੀਗੇ। ਜਿੱਥੇ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਪੱਤਿਆਂ ਦੇ ਵਾਂਗ ਲੋਕ ਜਿਹੜੇ ਉਹ ਝੜ ਰਹੇ ਸੀ। ਰੀਫਰ ਜਿਹੜੇ ਟਰੱਕਾਂ ਦੇ ਪਿੱਛੇ ਜਿਹੜੇ ਆ ਉਹ ਲਾਸ਼ਾਂ ਨੂੰ ਰੱਖਿਆ ਜਾ ਰਿਹਾ ਸੀ। ਮੋਰਚਰੀਜ਼ 'ਚ ਥਾਂ ਜਿਹੜੀ ਆ ਉਹ ਨਹੀਂ ਸੀ ਬਚੀ ਹੋਈ। ਸੋ ਹੁਣ ਇਹ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਨੂੰ ਅੱਗੇ ਨਹੀਂ ਵਧਾਇਆ ਜਾਊਗਾ। ਉੱਦਾਂ ਇਹ ਜਿਹੜਾ ਹਰਜੋਤ ਸਿੰਘ ਜੀ ਮੇਥਾ ਵੀ ਭੱਜਣ ਲੱਗਿਆ ਸਾਹ ਨਹੀਂ ਆਉਂਦਾ, ਇਸ ਨੂੰ ਬਹੁਤ ਵਾਰੀ ਜਿਹੜਾ ਆ ਉਹ ਉਹਨਾਂ ਨੇ ਕੀਤਾ ਆ, ਤੋੜਿਆ ਆ ਵੀ ਇੱਦਾਂ ਦੀ ਕੋਈ ਜਿਹੜੀ ਉਹ ਚੱਕਰ ਨਹੀਂ ਹੈ। ਮਾਸਕ ਪਾ ਕੇ ਸਾਹ ਲੈਣ ਦੇ ਵਿੱਚ ਜਿਹੜੀ ਪਰੇਸ਼ਾਨੀ ਜਿਹੜੀ ਉਹ ਇੱਦਾਂ ਨਹੀਂ ਜਿਹੜੀ ਉਹ ਹੈਗੀ। ਬਹੁਤ ਸਾਰੀਆਂ ਇਸ ਦੇ ਉੱਤੇ ਪਹਿਲਾਂ ਵੀ ਮਿੱਥ ਨੂੰ ਇਸ ਨੂੰ ਤੋੜਿਆ ਗਿਆ ਹੈਗਾ ਆ। ਹੁਣ 7000 ਕਹਿੰਦੇ ਨਵੇਂ ਕੇਸ ਜਿਹੜੇ ਉਹ ਉੱਥੇ ਐਵਰੀ ਡੇ ਆ ਰਹੇ ਆ। 7 ਦਿਨ ਦੀ ਜਿਹੜੀ ਉਹ
ਐਵਰੇਜ ਹੈਗੀ ਆ। ਪੈਂਡੈਮਿਕ ਦੇ ਦੌਰਾਨ ਇਹ ਆંકੜਾ ਉੱਥੇ ਜਿਹੜਾ ਉਹ 85,000 ਤੱਕ ਵੀ ਪਹੁੰਚ ਗਿਆ ਸੀਗਾ। ਸੋ ਮਹਿਜ 6100 ਹੁਣ ਲੋਕ ਰਹਿ ਗਏ ਨੇ ਨਿਊਯਾਰਕ ਦੇ ਵਿੱਚ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈਗੇ ਨੇ ਕੋਵਿਡ ਦੇ ਕਰਕੇ। ਪਿਛਲੇ ਹਫ਼ਤੇ ਦੇ ਨਾਲੋਂ 25% ਜਿਹੜੀ ਗਿਰਾਵਟ ਆ ਉਸ ਦੇ ਵਿੱਚ ਆਈ ਹੈਗੀ ਆ। ਇੱਧਰ ਕੈਲੀਫੋਰਨੀਆ ਨੇ ਵੀ ਆਪਾਂ ਜਿੱਦਾਂ ਕੱਲ੍ਹ ਦੱਸਿਆ ਸੀਗਾ ਵੀ ਜਿਹੜੇ ਵੈਕਸੀਨੇਟਡ ਲੋਕ ਆ ਉਹਨਾਂ ਦੇ ਲਈ ਜਿਹੜੇ ਮਾਸਕ ਦੀ ਮੈਂਡੇਟ ਆ ਉਸ ਨੂੰ ਘਟਾਉਣ ਜਾ ਰਹੇ ਆ, ਉਸ ਨੂੰ ਹਟਾਉਣ ਜਾ ਰਹੇ ਆ। ਇਸ ਦੇ ਵਿੱਚ ਫਿਰ ਵੀ ਜਿਹੜੇ ਬਹੁਤ ਸਾਰੀਆਂ ਕਾਊਂਟੀਜ਼ ਆ ਉਹ ਕਈ ਲੋਕਲ ਪੱਧਰ ਦੇ ਉੱਤੇ ਫੈਸਲਾ ਲੈ ਰਹੀਆਂ ਆ ਤੇ ਕਈ ਸਟੇਟ ਦੇ ਇਸ ਰਿਕਮੈਂਡੇਸ਼ਨ ਦੇ ਉੱਤੇ ਜਿਹੜੀਆਂ ਉਹ ਜਾ ਰਹੀਆਂ ਆ। ਆਈ ਥਿੰਕ 15 ਤਰੀਕ ਤੋਂ ਪਹਿਲਾਂ ਇਹ ਕਨਫਰਮ ਹੋ ਜਾਊਗਾ ਵੀ ਕਿਹੜੀਆਂ ਕਾਊਂਟੀਆਂ ਇਸ ਤਰੀਕੇ ਦੇ ਨਾਲ ਮਾਸਕ ਮੈਂਡੇਟ ਨੂੰ ਇੰਡੋਰ ਸੈਟਿੰਗਸ ਦੇ ਵਿੱਚ ਰੱਖਣਾ ਚਾਹੁੰਦੀਆਂ ਆ ਤੇ ਕਿਹੜੀਆਂ ਨਹੀਂ। ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਆ ਰਹੀ ਹੈ। 2 ਹਫ਼ਤੇ ਹੋ ਗਏ ਕੈਨੇਡਾ ਦੀ ਰਾਜਧਾਨੀ ਪੂਰੀ ਤਰ੍ਹਾਂ ਸ਼ਟਡਾਊਨ ਕੀਤੀ ਹੋਈ ਹੈ ਫਰੀਡਮ ਰੈਲੀ ਨੇ। ਕੱਲ੍ਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਜਿਹੜਾ ਸਭ ਤੋਂ ਬਿਜ਼ੀਐਸਟ ਰਾਊਟ ਹੈਗਾ ਬਿਟਵੀਨ ਕੈਨੇਡਾ ਅਤੇ USA ਦੇ ਵਿੱਚ ਟਰੱਕਰਸ ਦਾ, ਉਹ ਕੁਛ ਘੰਟਿਆਂ ਲਈ ਸ਼ਟਡਾਊਨ ਕਰਨਾ ਪਿਆ। 27% ਕੈਨੇਡਾ ਦਾ ਜਿਹੜਾ ਬਿਜ਼ਨਸ ਆ ਉਹ ਉਸ ਬ੍ਰਿਜ ਦੇ ਥਰੂ ਕੈਨੇਡਾ ਅਤੇ USA ਦਾ ਹੁੰਦਾ ਹੈਗਾ ਆ। ਹੁਣ USA ਦੇ ਵਿੱਚ ਵੀ ਮੋਮੈਂਟਮ ਬਣਦਾ ਜਾ ਰਿਹਾ ਟਰੱਕਰਸ ਦਾ ਵੀ ਉਹ ਇੱਕ ਬਹੁਤ ਵੱਡੀ ਸਟ੍ਰਾਈਕ ਕਰਨ ਜਾ ਰਹੇ ਆ ਕੌਨਵੇ ਲੈ ਕੇ ਵਾਸ਼ਿੰਗਟਨ DC ਨੂੰ, ਆਪਣੇ ਜਿਹੜੇ ਕੈਨੇਡੀਅਨ ਟਰੱਕਰਸ ਆ ਉਹਨਾਂ ਦੀ ਸਪੋਰਟ ਦੇ ਵਿੱਚ। ਸੋ ਔਨਲਾਈਨ ਇਹਦੇ 'ਤੇ ਕਾਫੀ ਕਹਿੰਦੇ ਪਈ ਐਕਟਿਵ ਆ। 2 ਮਿਲੀਅਨ ਤੋਂ ਉੱਪਰ ਲੋਕ ਇਹਦੇ ਮੈਂਬਰ ਵੀ ਬਣ ਗਏ ਹੈਗੇ ਆਲਰੇਡੀ। ਅਤੇ ਦੂਸਰੇ ਪਾਸੇ ਗੋਫੰਡਮੀ ਦਾ ਬਹੁਤ ਵਿਰੋਧ ਹੋ ਰਿਹਾ ਕਿਉਂਕਿ ਜਦੋਂ $10 ਮਿਲੀਅਨ ਇਕੱਠਾ ਹੋ ਗਿਆ ਸੀ ਟਰੱਕਰਸ ਦਾ ਅਤੇ ਉਹਨਾਂ ਨੇ ਬਲੋਕ ਕਰਤਾ ਵੀ ਨਹੀਂ ਤੁਸੀਂ ਇਹ ਪੈਸੇ ਯੂਜ਼ ਨਹੀਂ ਕਰ ਸਕਦੇ। ਹੁਣ ਉਹ ਇੱਕ ਹੋਰ ਜਿਹੜਾ ਵੈਬਸਾਈਟ ਆ ਉਸ ਨੂੰ ਯੂਜ਼ ਕਰ ਰਹੇ ਹੈਗੇ ਆ, ਜਿਹੜਾ ਕ੍ਰਿਸਚੀਅਨ ਸਮਥਿੰਗ ਆ, ਮੈਂ ਉਹਦਾ ਨਾਂ ਭੁੱਲ ਗਿਆ, ਅਤੇ ਉਸ 'ਤੇ ਵੀ ਉਹਨਾਂ ਨੇ $5 ਮਿਲੀਅਨ ਆਲਰੇਡੀ ਇਕੱਠਾ ਕਰ ਲਿਆ ਹੈਗਾ। ਕੈਨੇਡਾ ਤੋਂ ਬਾਅਦ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਹੁਣ USA ਦੇ ਵਿੱਚ ਪੂਰਾ ਮੋਮੈਂਟਮ ਟਰੱਕਰਸ ਦਾ ਬਣ ਰਿਹਾ ਹੈਗਾ। ਕਹਿੰਦੇ ਵੀ ਇਹ ਕੈਲੀਫੋਰਨੀਆ ਤੋਂ ਪ੍ਰੋਟੈਸਟ ਸ਼ੁਰੂ ਹੋਊਗਾ ਜਿਹੜਾ ਕਿ ਵਾਸ਼ਿੰਗਟਨ DC ਉੱਥੇ ਪਹੁੰਚੂਗਾ। ਸੋ ਇਹਦੇ ਬਾਰੇ ਕੱਲ੍ਹ ਰਾਤੀ ਜਿਹੜੇ USA ਦੇ ਟਰੱਕਰਸ ਹੈਗੇ ਆ ਜਿਹੜੇ ਇਸ ਨੂੰ ਅੱਗੇ ਹੋ ਕੇ ਪ੍ਰੋਟੈਸਟ ਨੂੰ ਕਰ ਰਹੇ ਆ, ਉਹਨਾਂ ਨੇ ਅਨਾਊਂਸ ਕਰਨਾ ਸੀ ਪਰ ਉਹ ਅਨਾਊਂਸਮੈਂਟ ਉਹਨਾਂ ਨੇ ਜਿਹੜੀ ਆ ਲੇਟ ਕਰ ਦਿੱਤੀ ਹੈਗੀ ਆ ਨਿਊਯਾਰਕ ਟਾਈਮ ਦੇ ਮੁਤਾਬਕ। ਪਰ ਹੋ ਸਕਦਾ ਉਹ ਅੱਜ ਜਾਂ ਕੱਲ੍ਹ ਤੱਕ ਕਹਿੰਦੇ ਪਈ ਇਹ ਅਨਾਊਂਸ ਕਰਨ ਵੀ ਕਦੋਂ ਜਿਹੜੇ ਟਰੱਕਰਸ ਆ ਉਹਨਾਂ ਨੇ USA ਦੇ ਵਿੱਚ ਪ੍ਰੋਟੈਸਟ ਕਰਨਾ ਆ। ਫੇਸਬੁੱਕ ਦੇ ਉੱਤੇ ਹੈਸ਼ਟੈਗ ਟਰੱਕਰਸ ਕੌਨਵਾਏ 2022 ਉਹਨਾਂ ਦੇ 200 ਮਿਲੀਅਨ ਇੰਟਰੈਕਸ਼ਨਸ ਆਲਰੇਡੀ ਹੋ ਗਈਆਂ ਹੈਗੀਆਂ ਆ। ਫੇਸਬੁੱਕ ਦੀ ਪੇਰੈਂਟ ਕੰਪਨੀ ਜਿਹੜੀ ਮੈਟਾ ਆ, ਸਾਰਿਆਂ ਨੂੰ ਪਤਾ ਹੀ ਆ, ਉਹ ਓਨ ਕਰਦੀ ਹੈਗੀ ਆ। ਅਤੇ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਗਈ ਵੀ ਉਹਨਾਂ ਨੂੰ ਦਬਾਇਆ ਜਾ ਸਕੇ। ਕੈਨੇਡਾ ਦਾ ਮੀਡੀਆ ਤਾਂ ਕਾਫੀ ਬਲੈਕ ਆਊਟ ਕਰਦਾ ਰਿਹਾ ਹੈਗਾ। ਇਸੇ ਤਰ੍ਹਾਂ ਟੈਲੀਗ੍ਰਾਮ ਇੱਕ ਕੈਲੀਫੋਰਨੀਆ ਬੇਸਡ ਗਰੁੱਪ ਹੈਗਾ ਆ, ਉਹਦੇ 'ਤੇ ਵੀ ਬਹੁਤ ਡਿਸਕਸ਼ਨ ਚੱਲ ਰਹੀ ਹੈਗੀ ਆ। ਸੋ ਹਜੇ ਲੱਗਦਾ ਨਹੀਂ ਵੀ ਕੈਨੇਡਾ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਉਹ ਕਿਸੇ ਤਰ੍ਹਾਂ ਠੰਡਾ ਹੋਊਗਾ। ਜੀ, ਇਸ ਟਾਈਮ ਆਮ ਲੋਕਾਂ ਨੂੰ ਹੁਣ ਮੁਸ਼ਕਿਲਾਂ ਦੇ ਵਿੱਚ ਵਾਧਾ ਕਹਿੰਦੇ ਇਸ ਦੇ ਕਰਕੇ ਹੋ ਰਿਹਾ ਹੈ। ਹੁਣ ਬਹੁਤ ਸਾਰੀਆਂ ਇਹ ਰਿਪੋਰਟਸ ਆ ਰਹੀਆਂ ਵੀ ਬਾਰਡਰ ਜਿਹੜੇ ਆ US ਕੈਨੇਡਾ ਦਾ ਜਿਹੜਾ ਉਹ ਉੱਧਰਲੇ ਪਾਸੇ ਆ ਉਸ ਨੂੰ ਕ੍ਰੋਸਿੰਗ ਨੂੰ ਬਲੋਕ ਕੀਤਾ ਹੋਇਆ ਆ। 8 ਘੰਟੇ ਕੱਲ੍ਹ ਇਹਨਾਂ ਨੇ ਬਾਰਡਰ ਜਿਹੜਾ ਬੰਦ ਰੱਖਿਆ ਸੀ ਅਤੇ ਹੁਣ ਕਹਿੰਦੇ ਵੀ ਕਈ ਮੀਲ ਲੰਬੀਆਂ ਜਿਹੜੀਆਂ ਲਾਈਨਾਂ ਆ ਉਹ ਲੱਗ ਰਹੀਆਂ ਆ ਜਿਨ੍ਹਾਂ ਨੇ ਕੈਨੇਡਾ ਵੱਲ ਨੂੰ ਐਂਟਰੀ ਜਿਹੜੀ ਉਹ ਮਾਰਨੀ ਹੈਗੀ ਆ। ਸੋ ਹੁਣ ਓਟਾਵਾ ਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇਹ ਜਿਹੜਾ ਫਰੀਡਮ ਕੌਨਵਾਏ ਦੀ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਆ। ਸੋ ਉਹਦੇ ਕਰਕੇ ਕਹਿੰਦੇ ਵੀ ਹੁਣ ਆਮ ਜੀਵਨ ਜਿਹੜਾ ਆ ਕਹਿੰਦੇ ਵੀ ਅਸਰ ਉਸ ਦੇ ਉੱਤੇ ਪੈਣਾ ਸ਼ੁਰੂ ਹੋ ਰਿਹਾ ਹੈਗਾ। ਰਿਪਬਲਿਕਨ ਪਾਰਟੀ ਨੇ ਇਹਨਾਂ ਪ੍ਰੋਟੈਸਟਸ ਦੀ ਜਿਹੜੀ ਉਹ ਪੂਰੀ ਸਪੋਰਟ ਕੀਤੀ ਆ। ਸਾਬਕਾ ਰਾਸ਼ਟਰਪਤੀ ਨੇ ਵੀ ਇਸ ਦਾ ਸਪੋਰਟ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਐਟਲੀਸਟ ਆਈ ਥਿੰਕ ਬਾਰਡਰ ਨੂੰ ਤਾਂ ਖੋਲ੍ਹ ਦੇਣਾ ਇਹਨਾਂ ਨੂੰ ਚਾਹੀਦਾ, ਪ੍ਰੋਟੈਸਟ ਆਪਣਾ ਜਿਹੜਾ ਉਹ ਜਾਰੀ ਰੱਖਣ। ਉਹਦੇ ਵਿੱਚ ਤਾਂ ਜਿਹੜਾ ਉਹ ਕੋਈ ਚੱਕਰ ਨਹੀਂ ਹੈ। ਜਿੱਦਾਂ ਤੁਸੀਂ ਦੱਸਿਆ ਵੀ 20% ਤੋਂ ਵੱਧ ਦਾ ਜਿਹੜਾ ਇੰਪੋਰਟ ਐਕਸਪੋਰਟ ਦਾ ਕੰਮ ਉਸ ਬਾਰਡਰ ਦੇ ਜ਼ਰੀਏ ਜਿਹੜਾ ਉਹ ਹੁੰਦਾ ਆ। ਅਤੇ ਕੱਲ੍ਹ ਇੱਕ ਇਹ ਵੀ ਰਿਪੋਰਟ ਖਬਰ ਜਿਹੜੀ ਉਹ ਚੱਲ ਰਹੀ ਸੀਗੀ ਵੀ ਕਹਿੰਦੇ ਵੀ ਜੇ ਹੁਣ ਇਹ ਕੰਮ ਬੰਦ ਹੋ ਗਏ ਤਾਂ ਹੋ ਸਕਦਾ ਵੀ ਕਈ ਲੇ ਆਫ ਵੀ ਜਿਹੜੀਆਂ ਉਹ ਹੋ ਜਾਣ। ਹੁਣ ਇਹ ਨਹੀਂ ਪਤਾ ਵੀ ਇਹ ਡਰਾਉਣ ਦੀ ਕੋਸ਼ਿਸ਼ ਆ
ਜਾਂ ਇਸ ਦੇ ਵਿੱਚ ਅਸਲ ਦੇ ਵਿੱਚ ਕੋਈ ਜਿਹੜੀ ਉਹ ਸੱਚਾਈ ਵੀ ਜਿਹੜੀ ਉਹ ਹੈਗੀ ਆ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਵੀ ਇਸ ਦੇ ਉੱਤੇ ਬੋਲੀ ਆ, ਜੈਨ ਸਾਕੀ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਡਿਸਟਰਪਸ਼ਨਸ ਹੋ ਰਹੀਆਂ ਆ, ਇਹਦੇ ਨਾਲ ਜਿਹੜੀ ਵੈਕਸੀਨ ਰਿਕੁਆਇਰਮੈਂਟ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਉਹ ਸਕੋਪ ਦੇ ਬਿਯੋਂਡ ਜਿਹੜਾ ਉਹ ਚਲਾ ਗਿਆ ਆ, ਉਹ ਬਰੋਡਨ ਜਿਹੜਾ ਉਹ ਹੋਇਆ ਹੈਗਾ ਆ। ਸੋ ਹੁਣ ਦੇਖੋ ਕੀ ਬਣਦਾ ਹੈ। ਕਹਿੰਦੇ ਵੀ ਅਸੀਂ ਆਪਣੇ ਜਿਹੜੇ ਕੈਨੇਡੀਅਨ ਕਾਊਂਟਰ ਪਾਰਟਸ ਦੇ ਨਾਲ ਇਨ ਟੱਚ ਹੈਗੇ ਆ, ਵੀ ਕੀ ਜਿਹੜਾ ਉਹ ਕੀਤਾ ਜਾ ਸਕਦਾ ਆ। ਹੁਣ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਵੇ, ਜਿਹੜੇ ਸੁਪਰੀਮ ਕੋਰਟ ਨੇ ਤਾਂ ਆਲਰੇਡੀ ਮੈਂਡੇਟ ਦੇ ਉਲਟ ਜਿਹੜੀ ਉਹ ਸੁਣਵਾਈ ਕਰ ਹੀ ਦਿੱਤੀ ਆ ਵੀ ਨਹੀਂ, ਤੁਸੀਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੂੰ ਮੈਂਡੇਟ ਵੈਕਸੀਨ ਮੈਂਡੇਟ ਦੇ ਲਈ ਜਿਹੜਾ ਉਹ ਨਹੀਂ ਆ ਸਕਦੇ। ਜਿਹੜਾ ਪਹਿਲੋਂ ਬਾਈਡਨ ਪ੍ਰਸ਼ਾਸਨ ਸੋਚ ਰਿਹਾ ਸੀਗਾ ਵੀ ਅਸੀਂ 100 ਤੋਂ ਵੱਧ ਇੰਪਲਾਈ ਵਾਲੀਆਂ ਕੰਪਨੀਆਂ ਨੂੰ ਇਹ ਚਾਹੁੰਦੇ ਆ ਵੀ ਉਹ ਕੀਤਾ ਜਾਵੇ, ਉਹਨਾਂ ਨੇ ਕਿਹਾ ਵੀ ਨਹੀਂ, ਤੁਹਾਡੇ ਕੋਲ ਇਹ ਜਿਹੜਾ ਅਖਤਿਆਰ ਨਹੀਂ ਹੈਗਾ, ਸੋ ਨਹੀਂ ਹੈਗਾ। ਪਰ ਫਿਰ ਵੀ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਸਪੋਰਟ ਦੇ ਲਈ ਇੱਕ ਜਿਹੜਾ ਪ੍ਰੋਟੈਸਟ ਆ ਉਹ ਵਾਸ਼ਿੰਗਟਨ ਡੀਸੀ ਵੱਲ ਨੂੰ ਜਿਹੜਾ ਉਹ ਤੋਰਿਆ ਜਾ ਸਕਦਾ ਆ। ਸੋ ਜੀ ਬਿਲਕੁਲ। ਸੋ ਇਹ ਕਹਿੰਦੇ ਆ ਵੀ ਸੈਕਰਾਮੈਂਟੋ ਤੋਂ ਸਟਾਰਟ ਹੋਊਗਾ, ਪਰ ਇਹਦੇ ਬਾਰੇ ਹਜੇ ਫਾਈਨਲ ਸਟੇਟਮੈਂਟ ਜਿਹੜੇ ਟਰੱਕਰਸ ਆ ਉਹ ਮੇਬੀ ਅੱਜ ਅਨਾਉਂਸ ਕਰ ਦੇਣ। ਫਲੀਵੀਓ ਬੋਲਪੇ ਇਹ ਪ੍ਰੈਜ਼ੀਡੈਂਟ ਹੈਗੇ ਆਟੋ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ, ਇੱਕ ਕੈਨੇਡੀਅਨ ਟ੍ਰੇਡ ਗਰੁੱਪ ਹੈਗਾ। ਉਹਨਾਂ ਨੇ ਦੱਸਿਆ ਵੀ $300 ਮਿਲੀਅਨ ਦੀਆਂ ਚੀਜ਼ਾਂ, ਜਿਹੜਾ ਸਮਾਨ ਆ, ਹਰ ਰੋਜ਼ ਇਹ ਜਿਹੜਾ ਬ੍ਰਿਜ ਸ਼ਟਡਾਊਨ ਹੋਇਆ ਸੀ ਉੱਥੋਂ ਕ੍ਰਾਸ ਹੁੰਦਾ ਹੈ USA ਤੇ ਕੈਨੇਡਾ। ਸੋ ਬਹੁਤ ਵੱਡਾ ਅਮਾਊਂਟ ਆ ਤੇ ਉਹਦੇ ਵਿੱਚੋਂ 100 ਮਿਲੀਅਨ ਆਟੋ ਇੰਡਸਟਰੀ ਨਾਲ ਰਿਲੇਟਡ ਆ। ਸੋ ਆਟੋ ਇੰਡਸਟਰੀ ਨੇ ਇਹ ਕਿਹਾ ਵੀ ਸਾਡੇ ਕੋਲ 1-2 ਦਿਨਾਂ ਦਾ ਤਾਂ ਸਮਾਨ ਹੈਗਾ, ਤੇ ਜੇ ਨਾ ਆਇਆ ਤੇ ਫਿਰ ਉੱਥੇ ਜਿਹੜੀ ਆ ਲੇ ਆਫ ਹੋ ਸਕਦੀ ਆ। ਪਰ ਦੂਜੇ ਪਾਸੇ ਉਹ ਇੱਕ ਗੁੱਡ ਨਿਊਜ਼ ਵੀ ਆ ਰਹੀ, ਕੈਨੇਡਾ ਦੀਆਂ 2 ਸਟੇਟਸ ਦੇ ਪ੍ਰੀਮੀਅਰ ਅਲਬਰਟਾ ਤੇ ਸੈਸਕੈਚੁਅਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਕੰਡੀਸ਼ਨ ਰਿਮੂਵ ਕਰ ਸਕਦੇ ਹੈਗੇ ਮੈਂਡੇਟ ਵਾਲੀ। ਸੋ ਉੱਥੇ ਵੀ ਕਾਫੀ ਜਿਹੜਾ ਪ੍ਰੈਸ਼ਰ ਆ ਸਰਕਾਰ ਦੇ ਉੱਤੇ ਬਣਿਆ ਹੋਇਆ ਹੈਗਾ। ਜੀ, ਇਹਨਾਂ ਨੂੰ ਆਈ ਥਿੰਕ ਜੇ ਲੋਕਾਂ ਦਾ ਸਪੋਰਟ ਹੋਰ ਵੱਡੇ ਪੱਧਰ ਦੇ ਤੇ ਲੈਣੀ ਚਾਹੀਦੀ। ਬਾਰਡਰ ਨਹੀਂ ਇਹਨਾਂ ਨੂੰ ਬੰਦ ਜਿਹੜਾ ਉਹ ਕਰਨਾ ਚਾਹੀਦਾ। ਆਮ ਲੋਕਾਂ ਦੇ ਜੀਵਨ ਤੇ ਵੀ ਜਿਹੜਾ ਹੁਣ ਅਸਰ ਪੈਣਾ ਸ਼ੁਰੂ ਹੋ ਰਿਹਾ। ਹੁਣ ਜਦੋਂ ਕਈ ਜਣੇ ਕਹਿੰਦੇ ਆ ਵੀ ਇਹਨੂੰ ਫਾਰਮਰ ਪ੍ਰੋਟੈਸਟ ਦੇ ਨਾਲ ਜਿਹੜਾ ਉਹ ਜੋੜ ਕੇ ਦੇਖੋ, ਪਰ ਉਹ ਗੱਲ ਜਿਹੜੀ ਬਣ ਨਹੀਂ ਰਹੀ, ਕਿਉਂਕਿ ਉਹਨਾਂ ਨੇ ਆਮ ਜੀਵਨ ਦੇ ਉੱਤੇ ਉੱਥੇ ਕਿਸੇ ਨੇ ਦੀ ਅਸਰ ਪੈਣ ਦਿੱਤਾ, ਟ੍ਰੈਫਿਕ ਨਹੀਂ ਉਹਨਾਂ ਨੇ ਰੋਕੀ, ਕੁਛ ਨਹੀਂ ਕੀਤਾ, ਆਪਣੇ 1 ਸਾਲ ਦੇ ਲਈ ਜਿਹੜੇ ਉੱਥੇ ਬੈਠੇ ਵੀ ਰਹੇ। ਸੋ ਇਹ ਹੁਣ ਡਿਟਰੋਇਟ ਦਾ ਬਾਰਡਰ ਕਹਿੰਦੇ ਜਿਹੜਾ ਵਿੰਡਸਰ ਨੂੰ ਆ, ਉਹ ਦੋਨੋਂ ਪਾਸਿਓਂ ਇਸ ਟਾਈਮ ਜਿਹੜਾ ਬੰਦ ਵਰਗਾ ਹੀ ਮਾਹੌਲ ਜਿਹੜਾ ਆ ਉਹ ਇਸ ਟਾਈਮ ਬਣਿਆ ਪਿਆ ਹੈਗਾ ਆ। ਸੋ ਆਈ ਥਿੰਕ ਥੋੜ੍ਹੀਆਂ ਜਿਹੀਆਂ ਟੈਕਟਿਕਸ ਦੇ ਵਿੱਚ ਇਹਨਾਂ ਨੂੰ ਹੁਣ ਚੇਂਜ ਕਰਨਾ ਪੈਣਾ। ਸ਼ੁਰੂਆਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੀਤਾ, ਸਪੋਰਟ ਵੀ ਮਿਲੀ ਆ, ਤੇ ਹੁਣ ਸਪੋਰਟ ਨੂੰ ਬਰਕਰਾਰ ਰੱਖਣ ਦੇ ਲਈ ਕਈ ਵਾਰੀ ਪੋਲਿਸੀ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਜਿਹੜੀ ਉਹ ਜ਼ਰੂਰ ਲਿਆਉਣੀ ਪੈਂਦੀ ਆ, ਵੀ ਆਮ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਆ ਉਹ ਨਾ ਹੀ ਹੋਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਾਂਗਰਸ ਜਿਹੜੇ ਆਪਣੇ ਮੈਂਬਰਸ ਆ ਉਸਨਾਂ ਨੂੰ ਜਿਹੜੇ ਟ੍ਰੇਡ ਦੇ ਸਟਾਕਸ ਨੂੰ ਟ੍ਰੇਡ ਕਰਨ ਦੇ ਲਈ ਬੈਨ ਦੇ ਵੱਲ ਨੂੰ ਅੱਗੇ ਵੱਧ ਸਕਦੀ ਆ। ਪਿਛਲੇ ਕਈ ਸਾਲਾਂ ਤੋਂ ਇਹ ਇੱਕ ਮੁਹਿੰਮ ਚੱਲ ਰਹੀ ਆ ਵੀ ਭਾਈ ਕਾਂਗਰਸ ਦੇ ਜਿਹੜੇ ਹੈਗੇ ਨੇ ਮੈਂਬਰਸ, ਉਹਨਾਂ ਨੂੰ ਕਿਉਂ ਅਖਤਿਆਰ ਹੈਗਾ ਆ ਸਟਾਕਸ ਦੀ ਟ੍ਰੇਡਿੰਗ ਦਾ, ਜਦ ਕਿ ਉਹੀ ਲੋਕ ਨੇ ਜਿਹੜੇ ਕਾਨੂੰਨ ਬਣਾਉਂਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਅੰਦਰ ਖਾਤੇ ਸੂਹਾਂ ਹੁੰਦੀਆਂ ਹੀ ਨੇ ਵੀ ਸਟਾਕ ਮਾਰਕੀਟ ਨੇ ਤਾਂ ਨੂੰ ਜਾਣਾ ਆ, ਠਾਹ ਨੂੰ ਜਾਣਾ ਆ, ਕੀ ਹੋਣਾ ਆ। ਯਾਦ ਹੋਣਾ 2020 ਦੇ ਕ੍ਰੈਸ਼ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਰਿਪੋਰਟਸ ਆਈਆਂ ਸੀ ਸਾਹਮਣੇ ਵੀ ਕਿੰਨੇ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਲਾਅ ਮੇਕਰਸ ਆ, ਵੀ ਉਹਨਾਂ ਨੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਆਪਣੇ ਟ੍ਰੇਡਸ ਆ ਉਹ ਡੰਪ ਕਰ ਦਿੱਤੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਮਾਰਕੀਟ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਡਿੱਗਣ ਵਾਲੀ ਸੀ। ਕਹਿੰਦੇ ਵੀ ਕਈ ਸਾਲਾਂ ਤੱਕ ਜਿਹੜੀ ਸਪੀਕਰ ਨੈਂਸੀ ਪਲੋਸੀ ਆ ਹਾਊਸ ਦੀ, ਉਸ ਨੇ ਇਸ ਚੀਜ਼ ਦੇ ਉਲਟੀ ਆਪਣਾ ਸਟਾਂਸ ਜਿਹੜਾ ਉਹ ਰੱਖਿਆ ਆ। ਪਰ ਹੁਣ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਮੈਂਬਰਸ ਆ, ਉਹਨਾਂ ਦੇ ਵੱਲੋਂ ਵੀ ਤੇ ਆਮ ਲੋਕਾਂ ਦੇ ਵੱਲੋਂ ਇਹ ਦਬਾਅ ਪੈ ਰਿਹਾ ਆ ਵੀ ਇਹ ਜਿਹੜੇ ਕਾਂਗਰਸ ਦੇ ਵਿੱਚ ਜਿੰਨੇ ਵੀ ਲਾਅ ਮੇਕਰਸ ਆ, ਉਹਨਾਂ ਨੂੰ ਸਟਾਕ ਦੀ ਟ੍ਰੇਡਿੰਗ ਆ ਉਹ ਬੈਨ ਹੋਣੀ ਚਾਹੀਦੀ ਆ। ਕਹਿੰਦੇ ਵੀ ਹਾਊਸ ਕਮੇਟੀ ਇਸ ਦੇ ਬਾਬਤ ਹੁਣ ਰੂਲਸ ਜਿਹੜੇ ਉਹ ਬਣਾ ਰਹੀ ਆ, ਡਰਾਫਟ ਜਿਹੜੀ ਉਹ ਕਰੂਗੀ, ਤੇ ਕਹਿੰਦੇ ਵੀ ਹੋ ਸਕਦਾ ਵੀ ਇਸ ਸਾਲ ਦੇ ਵਿੱਚ ਇਸ ਦੇ ਉੱਤੇ ਵੋਟ ਵੀ ਜਿਹੜੀ ਉਹ ਹੋ ਜਾਵੇ। ਸੋ ਸੈਨੇਟ ਦੇ ਵਿੱਚ ਕਹਿੰਦੇ ਆਲਰੇਡੀ ਕਈ ਤਰੀਕੇ ਦੇ ਨਾਲ ਵੱਖ-ਵੱਖ ਵਰਜ਼ਨਸ ਦੇ ਜਿਹੜੇ ਸਟਾਕ ਟ੍ਰੇਡਿੰਗ ਬੈਨ ਆ ਉਹ ਕੰਸੀਡਰੇਸ਼ਨ ਦੇ ਅਧੀਨ ਜਿਹੜੇ ਉਹ ਹੈਗੇ ਆ, ਜਿਸ ਦੇ ਵਿੱਚ ਮੋਹਰੀ ਤੌਰ ਦੇ ਉੱਤੇ ਜਿਹੜੀ ਸੈਨੇਟਰ ਐਲਿਜ਼ਾਬੈਥ ਵਾਰਨ ਮੈਸੇਚਿਊਸਟ ਤੋਂ ਤੇ ਮੋਂਟਾਨਾ ਦੇ ਰਿਪਬਲਿਕਨ ਸਟੀਵ ਡੇਨਿਸ, ਉਹ ਜਿਹੜੇ ਸਾਂਝੇ ਤੌਰ ਦੇ ਉੱਤੇ ਇਹ ਸਟਾਕ ਦੀ ਟ੍ਰੇਡਿੰਗ ਉਸ ਨੂੰ ਬੈਨ ਕਰਨ ਦੇ ਲਈ
ਲਾਅ ਮੇਕਰਸ ਦੇ ਲਈ ਲੈ ਕੇ ਆ ਰਹੇ ਹੈਗੇ ਆ। ਸੋ ਜੀ। ਹੁਣ ਇਹ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਹੋਰ ਲੀਡਰਸ ਤੇ ਨੈਂਸੀ ਪਲੋਸੀ ਦੇ ਵੱਲੋਂ ਇੱਕ ਹਿਸਾਬ ਦੇ ਨਾਲ ਹਰੀ ਝੰਡੀ ਜੀ ਇੱਕ ਹਿਸਾਬ ਦੇ ਨਾਲ ਇਹ ਦੇ ਰਹੇ ਆ ਵੀ ਹਾਂ ਜੀ, ਆਪਾਂ ਕਾਂਗਰਸ ਦੀ ਜਿਹੜੀ ਸਟਾਕ ਟ੍ਰੇਡਿੰਗ ਆ ਉਸ ਦੇ ਉੱਤੇ ਬੈਨ ਵੱਲ ਨੂੰ ਵਧਣ ਜਾ ਰਹੇ ਆ। ਜੀ, ਬਿਲਕੁਲ। ਇੱਕ ਨਵਾਂ ਸਰਵੇ ਆਇਆ ਜਿਹਦੇ ਮੁਤਾਬਕ ਕਹਿੰਦੇ ਵੀ 76% ਵੋਟਰਸ ਇਹ ਬਿਲੀਵ ਕਰਦੇ ਆ ਵੀ ਲਾ ਮੇਕਰਸ ਤੇ ਉਹਨਾਂ ਦੇ ਜਿਹੜੇ ਸਪਾਊਸ ਆ, ਉਹ ਅਨਫੇਅਰ ਐਡਵਾਂਟੇਜ ਉਹਨਾਂ ਦੇ ਕੋਲ ਹੈਗਾ। ਆਪਾਂ ਦੇਖਿਆ ਹੀ ਆ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਉਸ ਟਾਈਮ ਦੇ ਉੱਤੇ ਕਿਉਂਕਿ ਇਹ ਮੈਂਬਰ ਪਾਰਲੀਮੈਂਟ ਜਾਂ ਕਾਂਗਰਸ ਜਿਹੜੇ ਕਾਂਗਰਸਮੈਨ ਹੈਗੇ ਆ ਜਾਂ ਕਾਂਗਰਸ ਵੂਮਨ ਜਾਂ ਸੈਨੇਟਰਸ ਆ, ਇਹਨਾਂ ਨੂੰ ਪਤਾ ਸੀ ਵੀ ਅਸੀਂ ਟਰੈਵਲ ਇੰਡਸਟਰੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਉਹਨਾਂ ਤੇ ਬੈਨ ਲੱਗਣਾ ਆ, ਫਲਾਈਟਾਂ ਬੰਦ ਹੋਣੀਆਂ। ਇਹਨੀ ਦਵਾ ਦਵ ਆਪਣੇ ਉਹ ਸਾਰੇ ਸਟਾਕ ਵੇਚ ਦਿੱਤੇ। ਬਹੁਤਿਆਂ ਨੇ ਜਿਹੜੇ ਮੈਡੀਕਲ ਫੀਲਡ ਨਾਲ ਰਿਲੇਟਡ ਸਟਾਕ ਆ ਉਹ ਖਰੀਦੇ ਵੀ ਹੈਗੇ ਆ। 54 ਜਿਹੜੇ ਮੈਂਬਰਸ ਆ ਉਹਨਾਂ ਨੇ ਸਟਾਕ ਐਕਟ ਰੂਲ ਨੂੰ ਵਾਇਲੇਟ ਕੀਤਾ। ਸੋ ਇਹ ਬਹੁਤ ਵੱਡਾ ਨੰਬਰ ਹੈਗਾ। ਸੋ ਇਹਨੂੰ ਦੇਖਦੇ ਹੋਏ ਕਿਉਂਕਿ ਲੋਕ ਇਹ ਸੋਚਦੇ ਆ ਵੀ ਜਿਹੜੇ ਲੋਕਾਂ ਨੂੰ ਤੁਸੀਂ ਇਲੈਕਟ ਕਰਦੇ ਆ ਉਹ ਆਮ ਲੋਕਾਂ ਦੀ ਸੇਵਾ ਲਈ ਹੁੰਦੇ ਆ, ਨਾ ਕਿ ਕੁਛ ਕੁ ਜਿਹੜੇ ਐਲੀਟ ਜਿਹੜੇ ਸਿਰਫ ਸਟਾਕ ਦੇ ਉੱਤੇ ਹੀ ਵਰਕਆਊਟ ਕਰਦੇ ਹੈਗੇ ਆ। ਸੋ ਨੈਂਸੀ ਪਲੋਸੀ ਖੁਦ ਵੀ ਇਨਵੋਲਵ ਹੋਈ ਸੀ ਇਹਦੇ ਵਿੱਚ, ਪਰ ਹੁਣ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਗ੍ਰੀਨ ਲਾਈਟ ਦਿੱਤੀ ਆ ਵੀ ਇਹਦੇ ਉੱਤੇ ਜਿਹੜਾ ਆ ਬੈਨ ਹੋਣਾ ਚਾਹੀਦਾ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੋਗਰੈਸਿਵ ਡੈਮੋਕ੍ਰੇਟ ਸੈਨੇਟਰ ਐਲਿਜ਼ਾਬੈਥ ਵਾਰਨ ਮੈਸਾਚੂਸੇਟਸ ਦੇ ਤੇ ਮੋਂਟਾਨਾ ਦੇ ਰਿਪਬਲਿਕਨ ਸਟੀਵ ਡੇਨਸ ਦੋਨੋਂ ਰਲ ਕੇ ਇਹ ਇੱਕ ਬਿੱਲ ਲੈ ਆ ਰਹੇ ਹੈਗੇ। ਜੀ। ਸੋ ਆਈ ਥਿੰਕ ਇੱਕ ਚੰਗਾ ਜਿਹੜਾ ਕਦਮ ਹੋਊਗਾ ਲੋਕਾਂ ਦੀ ਜਿਹੜਾ ਭਰੋਸਾ ਹੈਗਾ, ਜਿੱਦਾਂ ਤੁਸੀਂ ਸਰਵੇ ਦੀ ਗੱਲ ਕੀਤੀ ਆ ਕਾਂਗਰਸ ਦੇ ਪ੍ਰਤੀ, ਵੀ ਉਸ ਦੇ ਵਿੱਚ ਵੀ ਸੁਧਾਰ ਹੋਵੇ ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਆ ਵੀ ਭਾਈ ਤੁਸੀਂ ਆਪ ਹੀ ਰੈਗੂਲੇਟ ਕਰਦੇ ਹੋ ਇਸ ਨੂੰ, ਤੁਹਾਨੂੰ ਆਪ ਹੀ ਪਤਾ ਹੁੰਦਾ ਆ ਤੇ ਸਟਾਕਸ ਫਿਰ ਤੁਹਾਡੇ ਹੀ ਜਿਹੜੇ ਆਊਟ ਪਰਫਾਰਮ ਬਹੁਤ ਜ਼ਿਆਦਾ ਜਿਹੜੇ ਉਹ ਕਰੀ ਜਾਂਦੇ ਆ ਆਮ ਲੋਕਾਂ ਦੇ ਮੁਕਾਬਲੇ। ਚੱਕਰ ਕੀ ਹੈਗਾ ਹੈ। ਸੋ ਕਾਫੀ ਜ਼ਿਆਦਾ ਜਿਹੜੇ ਹੁਣ ਨਵੀਆਂ ਖਾਸ ਕਰਕੇ ਆਏ ਜਿਹੜੇ ਲਾਅ ਮੇਕਰਸ ਆ ਜਿਨ੍ਹਾਂ 'ਚ ਏਓਸੀ ਤੇ ਹੋਰ ਜਿਹੜੇ ਆ ਉਹ ਕਹਿੰਦੇ ਆ ਵੀ ਇਹ ਤੁੱਕ ਹੀ ਨਹੀਂ ਬਣਦੀ। ਇਹ ਤਾਂ ਸ਼ਰੇਆਮ ਕੌਨਫਲਿਕਟ ਆਫ ਇੰਟਰਸਟ ਹੈਗਾ ਆ ਵੀ ਤੁਸੀਂ ਖੁਦ ਉਹਨਾਂ ਦੇ ਪ੍ਰਤੀ ਪਾਲਿਸੀਆਂ ਘੜੋ ਤੇ ਖੁਦ ਜਿਹੜਾ ਆ ਸਟਾਕ ਦੀ ਜਿਹੜੀ ਉਹ ਟ੍ਰੇਡਿੰਗ ਕਰੀ ਜਾਵੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਮਾਸਕ ਮੈਂਡੇਟਸ ਨੂੰ ਲੈ ਕੇ ਹੀ ਆ, ਬਹੁਤ ਸਾਰੇ ਜਿਹੜੇ ਹੁਣ ਟੀਚਰ ਯੂਨੀਅਨਸ ਆ ਉਹ ਇਹ ਮੰਗ ਕਰ ਰਹੀਆਂ ਆ ਵੀ ਪੋਲਿਟਿਕਸ ਦੇ ਆਧਾਰ ਦੇ ਉੱਤੇ ਮਾਸਕ ਮੈਂਡੇਟਸ ਦੇ ਉੱਤੇ ਫੈਸਲੇ ਆ ਉਹ ਨਾ ਲਏ ਜਾਣ, ਬਲਕਿ ਸਾਇੰਸ ਨੂੰ ਜਿਹੜੇ ਮੱਦੇਨਜ਼ਰ ਰੱਖ ਕੇ ਇਹ ਫੈਸਲੇ ਲਏ ਜਾਣੇ ਚਾਹੀਦੇ ਆ। ਇੱਕ ਯੂਨੀਅਨ ਨੇ ਜਿਹੜਾ ਉਹ ਕਿਹਾ ਵੀ ਕਹਿੰਦਾ ਵੀ ਆਪਾਂ ਨੂੰ ਸਟੇਟ ਵਾਈਡ ਜਿਹੜੀ ਸਾਇੰਸ ਬੇਸਡ ਡਿਸੀਜਨ ਆ ਉਹ ਦੇਖਣੇ ਚਾਹੀਦੇ ਆ, ਤਾਂ ਜੋ ਜਿਹੜੀਆਂ ਸਕੂਲ ਦੇ EMPLOYEES ਆ ਉਹਨਾਂ ਦੀਆਂ ਨੀਡਸ ਆ ਉਸ ਨੂੰ ਰਿਫਲੈਕਟ ਆ ਉਹ ਕੀਤਾ ਜਾ ਸਕੇ। ਆਪਾਂ ਜਿੱਦਾਂ ਆਲਰੇਡੀ ਦੱਸਿਆ ਨਿਊ ਜਰਸੀ, ਕਨੈਟੀਕਟ, ਡੈਲਾਵੇਅਰ, ਓਰੇਗਨ ਉਹਨਾਂ ਨੇ ਆਲਰੇਡੀ ਅਨਾਊਂਸ ਕਰ ਹੀ ਦਿੱਤਾ ਵੀ ਅਸੀਂ ਜਿਹੜੇ ਮਾਸਕ ਮੈਂਡੇਟਸ ਈਵਨ ਸਕੂਲਸ ਦੇ ਵਿੱਚ ਆ ਉਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਸ਼ਿਕਾਗੋ ਦੇ ਵਿੱਚ ਪਿਛਲੇ ਆਈ ਥਿੰਕ ਪਿਛਲੇ ਮਹੀਨੇ ਹੀ ਹਰਜੋਤ ਸਿੰਘ ਜੀ ਨਵੇਂ ਸਾਲ ਦੇ ਉੱਤੇ ਲੰਮਾ ਚੌੜਾ ਜਿਹੜਾ ਇਹਨਾਂ ਦਾ ਵੀ ਆਪਸੀ ਜਿਹੜਾ ਉਹ ਖਹਿਬਾਜੀ ਰਹੀ ਸੀਗੀ ਵੀ ਇਨ ਪਰਸਨ ਟੀਚਿੰਗ ਚੱਲਣੀ ਚਾਹੀਦੀ ਆ, ਮਾਸਕ ਪਾਉਣੇ ਚਾਹੀਦੇ ਆ, ਰਿਮੋਟ ਲਰਨਿੰਗ ਹੋਣੀ ਚਾਹੀਦੀ ਹੈ ਕਿ ਨਹੀਂ। ਫਿਰ ਇਵੈਂਚੁਅਲੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਉਹ ਹੋਇਆ ਸੀ। ਪਿਛਲੇ 2 ਸਾਲਾਂ ਤੋਂ ਜਿਹੜੇ ਸਕੂਲ ਦੇ ਵਿੱਚ ਬਹੁਤੇ ਜਿਹੜੇ ਆ ਉਹ ਤੋਂ ਪਿਛਲੇ 2020 ਦੇ ਵਿੱਚ ਤਾਂ ਰਿਮੋਟ ਲਰਨਿੰਗ ਹੀ ਜਿਹੜੀ ਉਹ ਬੱਚਿਆਂ ਦੀ ਕੀਤੀ ਗਈ ਸੀ। ਫਿਰ ਮਾਸਕ ਨੂੰ ਲੈ ਕੇ ਕਿੰਨੇ ਜਿਹੜੇ ਵਿਵਾਦ ਰੌਲੇ ਰੱਪੇ ਆ ਸਕੂਲਾਂ ਨੂੰ ਦੇ ਵਿੱਚ ਰਹੇ ਸੀਗੇ। ਹੁਣ ਥੋੜ੍ਹੇ ਘੱਟ ਰਹੇ ਆ ਪਰ ਫਿਰ ਵੀ ਰਹਿ ਕੇ ਆਪਾਂ ਨੂੰ ਸੁਣਨ ਨੂੰ ਮਿਲਦੇ ਹੀ ਰਹਿੰਦੇ ਆ। ਹੁਣ ਹੌਲੀ ਮਾਸਕ ਮੈਂਡੇਟਸ ਆ ਉਹ ਖਾਤਮੇ ਵੱਲ ਨੂੰ ਵੱਧ ਰਹੇ ਆ। ਇਸ ਪੈਂਡੈਮਿਕ ਨੂੰ ਐਨਡੈਮਿਕ ਐਲਾਨ ਕਰਨ ਦੇ ਲਈ ਬਹੁਤ ਸਾਰੇ ਜਿਹੜੇ ਸਿਆਸਤਦਾਨ ਕਾਹਲੇ ਹੈਗੇ ਨੇ, ਕਿਉਂਕਿ ਲੋਕ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਹੁਣ ਇਹਨਾਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਤੋਂ ਕਿਤੇ ਨਾ ਕਿਤੇ ਅੱਕ ਚੁੱਕੇ ਹੈਗੇ ਆ। ਪਰ ਇੱਕ ਚੀਜ਼ ਇਸ ਦੇ ਵਿੱਚ ਇਹ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਹੀ ਵੀ ਜਿੰਨੀ ਜਲਦੀ ਵੱਧ ਤੋਂ ਵੱਧ ਲੋਕ ਵੈਕਸੀਨੇਟ ਹੋਣਗੇ, ਬੂਸਟਰ ਸ਼ਾਟ ਵਗੈਰਾ ਜਿਹੜੇ ਉਹ ਲਗਵਾਉਣਗੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਰਿਸਟ੍ਰਿਕਸ਼ਨਸ ਆ ਉਹ ਖਤਮ ਹੋਣ ਵੱਲ ਨੂੰ ਜਲਦੀ ਜਿਹੜਾ ਉਹ ਵਧਿਆ ਜਾ ਸਕਦਾ ਆ। ਜੀ, ਬਿਲਕੁਲ। ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਹੈ। ਇੱਕ ਹੀਟ ਵੇਵ ਹੁਣ ਹਿੱਟ ਕਰਨ ਜਾ ਰਹੀ ਹੈ। ਕਹਿੰਦੇ ਪਈ ਆਉਣ ਵਾਲੇ 1-2 ਦਿਨਾਂ ਦੇ ਵਿੱਚ
80 ਡਿਗਰੀ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੋ ਅੱਜ ਕੱਲ੍ਹ ਫਰਵਰੀ ਦੇ ਪਹਿਲੇ ਹਫ਼ਤੇ ਜਾਂ ਦੂਜੇ ਹਫ਼ਤੇ ਇੰਨਾ ਟੈਂਪਰੇਚਰ ਹਾਈ ਜਾਣਾ ਬੜਾ ਸਰਪ੍ਰਾਈਜ਼ਿੰਗ ਹੈਗਾ। ਰੈਕਡ ਬ੍ਰੇਕਿੰਗ ਟੈਂਪਰੇਚਰ ਹੀਟ ਅਪ ਹੋ ਰਿਹਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ। 10 ਤੋਂ 20 ਡਿਗਰੀ ਨਾਰਮਲ ਤੋਂ ਉੱਪਰ ਜਾਊਗਾ। ਸੋ ਟੈਂਪਰੇਚਰ ਅਪਰ 70s ਤੋਂ ਲੈ ਕੇ 80s ਤੱਕ ਪਹੁੰਚ ਸਕਦਾ ਹੈਗਾ। ਇਹ ਮੀਟਰੋਲੋਜਿਸਟ ਵੈਦਰ ਸਰਵਿਸ ਜਿਹੜੇ ਮੌਂਟਰੀ ਆਫਿਸ ਵਾਲੇ ਆ, ਉਹਨਾਂ ਨੇ ਇਹ ਦੱਸਿਆ ਹੈਗਾ ਤੇ ਬਹੁਤ ਲੋਕ ਸਰਪ੍ਰਾਈਜ਼ ਹੈਗੇ ਆ। ਕਹਿੰਦੇ ਪਈ ਸੈਨ ਫਰਾਂਸਿਸਕੋ ਦੇ ਵਿੱਚ 75 ਡਿਗਰੀ ਤੇ ਸੈਂਟਾ ਰੋਜ਼ਾ ਏਅਰਪੋਰਟ ਦੇ ਲਾਗੇ-ਛਾਗੇ 80 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ। ਸੈਨ ਹੋਜ਼ੇ ਦੇ ਵਿੱਚ 78 ਡਿਗਰੀ ਵੀਰਵਾਰ ਨੂੰ ਤੇ 77 ਡਿਗਰੀ ਸ਼ੁੱਕਰਵਾਰ ਨੂੰ। ਸੋ ਇਹ ਇੱਕ ਰੈਕਡ ਹੋਊਗਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ। ਓਕਲੈਂਡ ਦੇ ਵਿੱਚ 76 ਡਿਗਰੀ ਵੀਰਵਾਰ ਨੂੰ ਤੇ 76 ਡਿਗਰੀ ਸ਼ੁੱਕਰਵਾਰ ਨੂੰ ਪਹੁੰਚ ਸਕਦਾ ਹੈਗਾ। ਜੀ, ਸ਼ਨਿਚਰ ਐਤਵਾਰ ਇੱਥੇ ਫ੍ਰੈਸਨੋ ਵਾਲੇ ਇਲਾਕੇ ਦੇ ਵਿੱਚ 80 ਡਿਗਰੀ ਤੇ ਤਾਪਮਾਨ ਜਿਹੜਾ ਹੋ ਜਾਵੇਗਾ। ਸੋ ਅਚਨਚੇਤੇ ਠੰਡ ਤੋਂ ਅਚਾਨਕ ਗਰਮੀ, ਬੰਦਿਆਂ ਨੇ ਸਾਰਿਆਂ ਨੇ ਲੋਕਾਂ ਨੇ ਜਿਹੜੇ ਆ ਗਰਮ ਕੱਪੜੇ ਉਹ ਲਾਹ ਕੇ ਉਹ ਮਾਰਨੇ ਆ। ਫਿਰ ਅਚਾਨਕ 12 ਡਿਗਰੀ ਜਿਹੜੀ ਉਹ ਗਿਰਾਵਟ ਅਗਲੇ ਦਿਨ ਹੀ ਜਿਹੜੀ ਉਹ ਆ ਜਾਣੀ ਹੈਗੀ ਆ। ਸੋ ਗਰਮ ਸਰਦ ਹੋਣ ਦੇ ਨਾਲੋਂ ਵਿੱਚ ਬਚਾਅ ਜਿਹੜਾ ਉਹ ਰੱਖਿਓ। ਅਜਿਹਾ ਮੌਸਮ ਲੋਕਾਂ ਨੂੰ ਬਹੁਤ ਜ਼ਿਆਦਾ ਬਿਮਾਰ ਜਿਹੜਾ ਉਹ ਕਰ ਜਾਂਦਾ ਹੁੰਦਾ ਆ। ਫਿਰ ਠੰਡ ਲੱਗ ਜਾਂਦੀ ਆ ਤੇ ਫਿਰ ਛਿੱਕਾਂ ਤੇ ਖੰਘ ਤੇ ਹੋਰ ਕਈ ਕੁਛ ਰੇਸ਼ਾ ਵਗੈਰਾ ਜਿਹੜਾ ਉਹ ਹੋ ਜਾਂਦਾ। ਭਈ ਆਪਣਾ ਜਿਹੜਾ ਇਸ ਬਾਬਤ ਬਚਾਅ ਕਰਕੇ ਤੁਸੀਂ ਜ਼ਰੂਰ ਰੱਖਿਓ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਫਗਾਨਿਸਤਾਨ ਦੇ ਵਿੱਚੋਂ ਜਿੱਦਾਂ ਅਮਰੀਕੀਆਂ ਨੂੰ ਕੱਢਿਆ ਗਿਆ ਸੀਗਾ, ਉਹ ਜਿਹੜਾ ਧੱਬਾ ਆ ਬਾਈਡਨ ਪ੍ਰਸ਼ਾਸਨ ਦੇ ਉੱਤੇ, ਜਿੰਨਾ ਚਿਰ ਵੀ ਉਹ ਸੱਤਾ 'ਚ ਹੈਗੇ ਆ, ਉਹ ਰਹਿਣਾ ਹੀ ਆ। ਇਸ ਤੋਂ ਪਹਿਲਾਂ ਵੀ ਯੂਕਰੇਨ ਦੇ ਵਿੱਚ ਵੀ ਕੋਈ ਏਦਾਂ ਦੀ ਨੌਬਤ ਜਿਹੜੀ ਉਹ ਆ ਜਾਵੇ ਵੀ ਕਿਉਂਕਿ 2 ਕੁ ਦਿਨ ਪਹਿਲਾਂ ਤਾਂ ਕਿਹਾ ਸੀ ਵੀ 4-5 ਦਿਨਾਂ 'ਚ ਰੂਸ ਨੇ ਕਰ ਦੇਣਾ ਆ ਹਮਲਾ ਯੂਕਰੇਨ ਦੇ ਵਿੱਚ। ਸੋ ਇਹਨਾਂ ਨੇ ਹੁਣ ਤੇਜ਼ੀ ਦੇ ਨਾਲ ਇੱਕ ਪਲਾਨ ਜਿਹੜਾ ਉਹ ਬਣਾਇਆ ਆ ਵੀ ਯੂਐਸ ਟਰੂਪਸ ਉਹ ਪੋਲੈਂਡ ਦੇ ਵਿੱਚ ਘੱਲੀਆਂ ਜਾ ਰਹੀਆਂ ਆ, ਤਾਂ ਜੋ ਯੂਕਰੇਨ ਤੋਂ ਜਿਹੜੇ ਅਮਰੀਕੀ ਉੱਥੋਂ ਜੇ ਉਹ ਨਿਕਲਣਾ ਚਾਹੁੰਦੇ ਆ, ਉਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ ਮਦਦ ਕੀਤੀ ਜਾਵੇ। ਪੈਂਟਾਗਨ ਨੇ 1700 ਜਿਹੜੇ ਸਰਵਿਸ ਮੈਂਬਰਸ ਹੈਗੇ ਆ 82ਵੀਂ ਏਅਰਬੋਰਨ ਡਿਵੀਜ਼ਨ ਦੇ, ਜਿਹੜੇ ਫੋਰਟ ਬ੍ਰੈਗ ਨਾਰਥ ਕੈਰੋਲੀਨਾ ਦੇ ਵਿੱਚ ਹੈਗੇ ਆ, ਉਹਨਾਂ ਨੂੰ ਪੋਲੈਂਡ ਦੇ ਵਿੱਚ ਕਹਿੰਦੇ ਆ ਵੀ ਉਹ ਘੱਲਣਗੇ, ਤਾਂ ਜੋ ਜਿਹੜੇ ਵੀ ਜੇ ਉਸ ਮਾਮਲੇ ਦੇ ਵਿੱਚ ਜੇ ਰੂਸ ਯੂਕਰੇਨ ਤੇ ਹਮਲਾ ਕਰਦਾ ਆ, ਤਾਂ ਜੋ ਉੱਥੋਂ ਅਮਰੀਕੀਆਂ ਨੂੰ ਸੁਰੱਖਿਅਤ ਕੱਢਿਆ ਜਿਹੜਾ ਉਹ ਜਾ ਸਕੇ। ਅੱਜ ਟਰਕੀ ਦੇ ਨਜ਼ਦੀਕ ਬਲੈਕ ਸੀ ਦੇ ਵਿੱਚੋਂ 6 ਜਿਹੜੇ ਜੰਗੀ ਬੇੜੇ ਰੂਸ ਦੇ, ਉਹ ਉਸ ਵੱਲ ਨੂੰ ਯੂਕਰੇਨ ਦੇ ਬਾਰਡਰ ਵੱਲ ਨੂੰ ਕਹਿੰਦੇ ਜਾਂਦੇ ਹੋਏ ਨਜ਼ਰ ਆਏ ਹੈਗੇ ਆ, ਉਹ ਦੇਖੇ ਗਏ ਨੇ। ਰੂਸ ਨੇ ਇਸ ਦੇ ਬਾਬਤ ਇਹ ਕਿਹਾ ਆ ਵੀ ਇਹ ਸਾਡੀ ਪਲੈਨਡ ਜਿਹੜੀ ਐਕਸਰਸਾਈਜ਼ ਆ ਪਹਿਲਾਂ ਤੋਂ ਹੀ ਸੀਗੀ। ਸੋ ਚੌਂਚ-ਚੁਫੇਰਿਓਂ ਯੂਕਰੇਨ ਨੂੰ ਰੂਸ ਨੇ ਜਿਹੜਾ ਉਹ ਘੇਰੀ ਰੱਖਿਆ ਹੈਗਾ ਆ। ਹੁਣ ਇਹ ਨਹੀਂ ਪਤਾ ਵੀ ਵਾਕਿਆ ਹੀ ਇਹ ਹਮਲਾ ਹੋਊਗਾ, ਇਹ ਪ੍ਰੈਸ਼ਰ ਕਦੋਂ ਤੱਕ, ਤਣਾਵ ਜਿਹੜਾ ਆ ਕਦੋਂ ਤੱਕ ਰਹੂਗਾ। ਹੁਣ ਮੈਕਰੋਨ ਦੇ ਨਾਲ ਕੱਲ੍ਹ ਗੱਲਬਾਤ ਹੋਈ ਸੀ ਤੇ ਨਾਲ ਦੇ ਨਾਲ ਜਿਹੜੇ ਯੂਰਪ ਦੇ ਲੀਡਰਸ ਆ, ਉਹ ਇਸ ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਆ। ਪਰ ਵਿੱਚੋਂ ਵਿੱਚ ਨਾਲ ਬਿਆਨ ਇਹ ਵੀ ਆਉਂਦਾ ਵੀ ਜੇ ਹਮਲਾ ਹੁੰਦਾ ਆ ਤੇ ਅਸੀਂ ਯੂਕਰੇਨ ਦੇ ਨਾਲ ਖੜੇ ਹੈਗੇ ਆ, ਅਸੀਂ ਉਹਨਾਂ ਦਾ ਜਿਹੜਾ ਆ ਉਹ ਸਾਥ ਦੇਵਾਂਗੇ। ਅੱਜ ਜਿਹੜੇ ਅਮਰੀਕੀ ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਇਹ ਕਲੀਅਰ ਕੀਤਾ ਵੀ ਕਿਸੇ ਵੀ ਅਮਰੀਕੀ ਫੌਜੀ ਨੂੰ ਯੂਕਰੇਨ ਦੇ ਵਿੱਚ ਨਹੀਂ ਘੱਲਿਆ ਜਿਹੜਾ ਉਹ ਜਾਊਗਾ। ਉਸਦੇ ਇਰਦ-ਗਿਰਦ ਨਾਲ ਦੇ ਜਿਹੜੇ ਮੁਲਕਾਂ ਦੇ ਵਿੱਚ ਹੀ ਜਿਹੜੀ ਅਮਰੀਕੀ ਫੌਜੀ ਆ ਉਹ ਮਦਦ ਕਰਨਗੇ। ਬੈਲਾਰੂਸ ਦੇ ਵਿੱਚ ਕਹਿੰਦੇ ਵੀ 30-40 ਹਜ਼ਾਰ ਦਾ ਜਿਹੜਾ ਰੂਸੀ ਫੌਜੀ ਇਕੱਠ ਆ, ਉਹਨਾਂ ਨੇ ਜਿਹੜਾ ਫੌਜੀ ਅਭਿਆਸ ਵੀ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਕਹਿ ਲਓ ਵੀ ਹੌਲੀ-ਹੌਲੀ ਜਿਹੜੇ ਆ ਉਹ ਡਰ ਜਿਹੜਾ ਲਗਾਤਾਰ ਯੂਕਰੇਨ ਨੂੰ ਦਿਖਾ ਰਹੇ ਆ ਤੇ ਆਪਣੇ ਜਿਹੜੇ ਨੌਂ ਆ ਉਹ ਹੁਣ ਮਾਰਨੇ ਸ਼ੁਰੂ ਕਰ ਰਹੇ ਆ। ਦੇਖੋ ਰੂਸ ਹਮਲਾ ਕਰਦਾ ਹੈ, ਨਹੀਂ ਕਰਦਾ, ਜਾਂ ਵਾਕਈ ਕੂਟਨੀਤਿਕ ਤੌਰ ਦੇ ਉੱਤੇ ਕੋਈ ਇਸ ਦਾ ਹੱਲ ਬਣ ਜਾਂਦਾ ਆ। ਜੀ, ਅਗਲੀ ਖਬਰ ਇੰਡੋਨੇਸ਼ੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬਹੁਤ ਹੀ ਮਸ਼ਹੂਰ ਕਰੋਕੋਡਾਈਲ, ਜਿਹਨੂੰ ਟਾਇਰਾਂ ਵਾਲਾ ਕਰੋਕੋਡਾਈਲ ਕਿਹਾ ਜਾਂਦਾ ਸੀ, ਉਹ ਫਾਈਨਲੀ 6 ਸਾਲਾਂ ਬਾਅਦ ਆਜ਼ਾਦ ਹੋਇਆ ਹੈਗਾ ਆ। ਕਹਿੰਦੇ ਪਈ 13.12 ਫੁੱਟ ਲੰਮਾ ਕਰੋਕੋਡਾਈਲ, ਇਹਦੇ ਜਿਹੜੀ ਗਰਦਨ ਆ ਉਹਦੇ ਵਿੱਚ ਮੋਟਰਸਾਈਕਲ ਦਾ ਟਾਇਰ 6 ਸਾਲ ਪਹਿਲਾਂ ਫਸ ਗਿਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਇਸ ਨੂੰ ਫੜ ਕੇ ਉਹ ਕੱਢਿਆ ਜਾ ਸਕੇ, ਕਿਉਂਕਿ ਜਿੱਦਾਂ ਜਿੱਦਾਂ ਇਹਦਾ
ਸਾਈਜ਼ ਵਧਣਾ ਸੀ ਤੇ ਉਹ ਚੋਕ ਹੋ ਸਕਦਾ ਸੀ, ਉਹਦੀ ਮੌਤ ਹੋ ਸਕਦੀ ਸੀ। ਈਵਨ ਆਸਟ੍ਰੇਲੀਆ ਦੇ ਕੁਛ ਲੋਕ ਜਿਹੜੇ ਐਕਸਪਰਟਸ ਹੈਗੇ ਆ ਕਰੋਕੋਡਾਈਲ ਦੇ ਉੱਤੇ, ਉਹਨਾਂ ਨੇ ਕੋਸ਼ਿਸ਼ ਕੀਤੀ ਇਸ ਨੂੰ ਫੜਨ ਦੀ, ਪਰ ਉਹ ਫੜਨ ਦੇ ਵਿੱਚ ਕਾਮਯਾਬ ਨਾ ਹੋਏ। ਤੇ ਫਾਈਨਲੀ ਇੱਕ ਲੋਕਲ ਰੈਜ਼ੀਡੈਂਟ ਇੰਡੋਨੇਸ਼ੀਆ ਦਾ, ਜਿਸ ਦਾ ਨਾਮ ਟਿੱਲੀ ਕਰਕੇ ਦੱਸਿਆ ਗਿਆ, 35 ਸਾਲਾਂ ਦਾ, ਕਹਿੰਦੇ ਵੀ ਮੈਂ ਖੁਦ ਇਸ ਕਰੋਕੋਡਾਈਲ ਨੂੰ ਫੜ ਲਿਆ ਤੇ ਮੈਂ ਲੋਕਾਂ ਦੀ ਵੀ ਕਹਿੰਦੇ ਹੈਲਪ ਮੰਗੀ ਤੇ ਲੋਕ ਮੇਰੇ ਨਾਲ ਮਜ਼ਾਕ ਕਰਦੇ ਰਹੇ ਵੀ ਇਹ ਤਾਂ ਐਵੇਂ ਹੀ ਮਾਰਦਾ, ਇਹਦੇ ਤੋਂ ਕਿੱਥੋਂ ਹੋ ਜਾਣਾ, ਵੀ ਜੇ ਆਸਟ੍ਰੇਲੀਆ ਦੀ ਐਡੀ ਵੱਡੀਆਂ ਕੰਪਨੀਆਂ ਨਹੀਂ ਉਹਨਾਂ ਨੂੰ ਫੜ ਸਕੀਆਂ ਕਰੋਕੋਡਾਈਲ ਨੂੰ, ਤੇ ਇਹ ਕਿਸ ਤਰ੍ਹਾਂ ਕਰੂਗਾ। ਕਹਿੰਦਾ ਵੀ ਮੈਂ ਇੱਕ ਬੇਸਿਕ ਟਰੈਪ ਸੈਟਅਪ ਕਰ ਦਿੱਤਾ, ਇੱਕ ਰੱਸੀ ਦੇ ਨਾਲ, ਲੌਗ ਦੇ ਨਾਲ ਚਿਕਨ ਤੇ ਡਕਸ ਐਜ਼ ਏ ਬੇਟ ਹੁਣ ਬੰਨ੍ਹ ਦਿੱਤੇ ਵੀ, ਤਾਂ ਕਿ ਜਦੋਂ ਕਰੋਕੋਡਾਈਲ ਖਾਣ ਆਊਗਾ ਮੁਰਗੀਆਂ ਨੂੰ ਤੇ ਬਤਕਾਂ ਨੂੰ, ਤੇ ਫਿਰ ਉਸ ਨੂੰ ਫੜਿਆ ਜਾ ਸਕੂਗਾ। ਕਹਿੰਦਾ ਵੀ 3 ਵੀਕ ਮੈਂ ਇਸ ਨੂੰ ਟਰੈਕ ਕਰਦਾ ਰਿਹਾ ਤੇ ਫਾਈਨਲੀ ਤੀਸਰੇ ਹਫ਼ਤੇ ਉਹਨੂੰ ਜਾ ਕੇ ਉਹ ਫੜਨ ਦੇ ਵਿੱਚ ਕਾਮਯਾਬ ਹੋ ਗਿਆ। ਤੇ ਉਸ ਤੋਂ ਬਾਅਦ ਇੱਕ ਸਾਹ ਦੇ ਨਾਲ, ਆਰੇ ਦੇ ਨਾਲ ਉਸਨੇ ਉਹ ਜਿਹੜਾ ਟਾਇਰ ਸੀ ਮੋਟਰਸਾਈਕਲ ਦਾ ਇਸ ਕਰੋਕੋਡਾਈਲ ਦੀ ਗਰਦਨ ਦੇ ਵਿੱਚ 6 ਸਾਲਾਂ ਤੋਂ ਉਸ ਨੂੰ ਰਿਮੂਵ ਕਰ ਦਿੱਤਾ ਤੇ ਬਾਅਦ ਦੇ ਵਿੱਚ ਉਸ ਨੂੰ ਛੱਡ ਵੀ ਦਿੱਤਾ ਗਿਆ ਹੈਗਾ ਆ ਸਮੁੰਦਰ ਦੇ ਵਿੱਚ। ਸੋ ਇਹ ਇੱਕ ਟਾਈਮ ਦੇ ਉੱਤੇ ਇੰਡੋਨੇਸ਼ੀਆ ਦੀ ਸਰਕਾਰ ਨੇ ਇਨਾਮ ਰੱਖਿਆ ਸੀ ਵੀ ਜੇ ਕੋਈ ਇਸ ਕਰੋਕੋਡਾਈਲ ਨੂੰ ਫੜ ਕੇ ਜਿਹੜਾ ਉਹਦੇ ਗਲ ਦੇ ਵਿੱਚ ਟਾਇਰ ਫਸਿਆ ਹੋਇਆ ਉਹਨੂੰ ਰਿਮੂਵ ਕਰਦੇ ਤੇ ਉਸ ਨੂੰ ਇਨਾਮ ਦਿੱਤਾ ਜਾਊਗਾ। ਸੋ ਇਹ ਮਿਸਟਰ ਟਿੱਲੀ ਜਿਹੜਾ ਇਹ ਕਹਿੰਦਾ ਵੀ ਮੈਂ ਦੇਖ ਨਹੀਂ ਸਕਦਾ ਸੀ ਵੀ ਇੱਕ ਜਾਨਵਰ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਹੈਗਾ। ਕਹਿੰਦੇ ਵੀ ਜੇ ਈਵਨ ਸੱਪ ਵੀ ਹੁੰਦਾ ਤਾਂ ਵੀ ਮੈਂ ਉਸ ਦੀ ਹੈਲਪ ਕਰਦਾ। ਸੋ ਇਹ ਮਿਸਟਰ ਟਿੱਲੀ ਕੋਈ ਸਾਇੰਟਿਸਟ ਨਹੀਂ ਹੈਗਾ, ਪਰ ਕਹਿੰਦੇ ਵੀ ਵਾਈਲਡ ਲਾਈਫ ਐਕਸਪਰਟ ਬਣਿਆ ਆਪਣੇ ਆਪ ਪੜ੍ਹ ਕੇ। ਸੋ ਇਹ ਜਿਹੜਾ ਰਿਪਟਾਈਲ ਸੀ, ਕਰੋਕੋਡਾਈਲ ਸੀ, ਇਹਨੂੰ ਲੋਕਲ ਲੋਕਾਂ ਨੇ ਇਹਦਾ ਨਾਂ ਬੁਆਇਆ ਕਾਲੁੰਗ ਵੈਨ, ਇਹਦਾ ਮਤਲਬ ਇਹ ਉੱਥੇ ਦੀ ਲੈਂਗੁਏਜ ਆ, ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਵੀ ਕਰੋਕੋਡਾਈਲ ਵਿਦ ਏ ਟਾਇਰ ਨੈਕਲੇਸ, ਵੀ ਉਹਦੀ ਨੈਕਲੇਸ ਸੀ ਟਾਇਰ, ਪਰ ਕਿਉਂਕਿ ਉਹ ਉਹਦੇ ਲਈ ਘਾਤਕ ਹੋ ਸਕਦਾ ਸੀ, ਜਿੱਦਾਂ ਜਿੱਦਾਂ ਸਾਈਜ਼ ਵਧੀ ਜਾਂਦਾ ਤੇ ਉਹਦਾ ਗਲਾ ਘੁੱਟ ਹੋ ਜਾਣਾ ਸੀ। ਸੋ ਫਾਈਨਲੀ ਇਸ ਸੋਮਵਾਰ ਨੂੰ ਉਸ ਦੇ ਗਲ ਵਿੱਚੋਂ ਟਾਇਰ ਵੱਢ ਕੇ ਤੇ ਉਸ ਨੂੰ ਵਾਪਸ ਪਾਣੀ ਵਿੱਚ ਛੱਡ ਦਿੱਤਾ ਗਿਆ ਹੈ। ਜੀ, ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਇਕੋਨਮੀ ਦੀਆਂ ਕੁਛ ਅਹਿਮ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA UBO 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM। मैं क्या जी ग्रोसरी ਲੈਣ ਚਲੀਏ। ग्रोसरी ਲੈਣਾ ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो, जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ
ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940 ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ raw milk ਵੀ ਮਿਲਦਾ ਹੈ। ਕਾਲ 559-840-2940 5598402940 ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸਭ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559-525-2500 559-525-2500 ਜਾਂ ਡਾਊਨਲੋਡ ਕਰੋ ਐਪ ਟੈਕਸ 559। ਵੇਰਕਾ ਵਾਲੇ ਹੁਣ ਲੈ ਕੇ ਆ ਗਏ ਨੇ ਸ਼ੇਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕੋਰਨ ਦੇ ਨਾਲ ਤਿਆਰ ਕੀਤੀਆਂ ਹਨ। ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਸ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਹੀ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਕੈਟਰਿੰਗ, ਖੰਡ ਪਾਠ ਸਾਹਿਬ ਜਾਂ ਘਰ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਕੋਲੋਂ ਸ਼ੇਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408-292-0500 4082920500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੁਛ ਇਕੋਨਮੀ ਦੇ ਬਾਰੇ ਆਪਾਂ ਜੇ ਗੱਲਾਂ ਕਰਦੇ ਜਾਈਏ, 2021 ਦੇ ਵਿੱਚ ਹਾਊਸ ਹੋਲਡ ਡੈਟ ਯਾਨੀ ਕਿ ਲੋਕਾਂ ਦੇ ਸਿਰ ਜਿਹੜਾ ਕਰਜ਼ਾ ਆ ਅਮਰੀਕਾ ਦੇ ਵਿੱਚ, ਉਹ $1 ਟ੍ਰਿਲੀਅਨ ਜਿਹੜਾ ਉਹ ਜੰਪ ਹੋਇਆ ਆ। ਇੰਨਾ ਜ਼ਿਆਦਾ ਜਿਹੜਾ ਉਹ ਵਧਿਆ ਆ। 2007 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਐਡਾ ਵੱਡਾ ਉਛਾਲ ਜਿਹੜਾ ਉਹ ਦੇਖਿਆ ਗਿਆ ਆ। ਕਾਰ ਤੇ ਹੋਮ ਸ਼ਾਪਿੰਗ ਦੇ ਜਿਹੜੇ ਰਿਕਾਰਡ ਜਿਹੜੇ ਪਿਛਲੇ ਸਾਲ ਦੇ ਵਿੱਚ ਟੁੱਟੇ ਨੇ, ਜਿਸ ਦੇ ਵਿੱਚ ਅਮਰੀਕਨਸ ਨੇ ਵੱਧ ਤੋਂ ਵੱਧ ਕਰਜ਼ਾ ਲੈ ਕੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਖਰੀਦੀਆਂ ਆ। ਘਰਾਂ ਦੀਆਂ ਕੀਮਤਾਂ, ਕਾਰਾਂ ਦੀਆਂ ਕੀਮਤਾਂ ਦੇ ਵਿੱਚ ਬੇਸ਼ੁਮਾਰ ਵਾਧਾ ਜਿਹੜਾ ਆ ਉਹ ਆਪਾਂ ਦੇਖਿਆ ਹੈਗਾ ਆ। ਸੋ ਹਾਊਸ ਹੋਲਡ ਡੈਟ 1 ਸਾਲ ਦੇ ਵਿੱਚ $1 ਟ੍ਰਿਲੀਅਨ ਵਧਿਆ ਆ। ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਆ, ਉਹਨਾਂ ਦੇ ਇਹ ਡਾਟਾ ਦੇ ਵਿੱਚ ਪਤਾ ਲੱਗਦਾ ਆ। ਚੌਥੇ ਕੁਆਟਰ ਦੇ ਵਿੱਚ ਹੀ ਪਿਛਲੇ ਸਾਲ ਜਿਹੜਾ ਹਾਊਸ ਹੋਲਡ ਡੈਟ ਆ ਉਹ 333 ਬਿਲੀਅਨ ਤੋਂ ਵੱਧ ਕੇ 15 ਜਿਹੜਾ 333 ਬਿਲੀਅਨ ਵਧਿਆ ਤੇ ਵੱਧ ਕੇ ਕੁੱਲ ਹੁਣ
15.5 ਟ੍ਰਿਲੀਅਨ ਜਿਹੜਾ ਉਹ ਬਣ ਚੁੱਕਾ ਆ ਤੇ ਕਹਿੰਦੇ 2007 ਦੇ ਕੁਆਰਟਰਲੀ ਰੇਟ ਇਨਕਰੀਜ਼ ਦੇ ਨਾਲੋਂ ਹੁਣ ਤੱਕ ਇਹ ਸਭ ਤੋਂ ਵੱਧ ਜਿਹੜਾ ਉਹ ਦੱਸਿਆ ਜਾਂਦਾ ਆ। ਹੋਮ ਲੋਨ ਓਰੀਜੀਨੇਟਰਸ ਜਿਹੜੀਆਂ ਓਰੀਜੀਨੇਸ਼ਨਸ ਆ ਉਹ ਵੀ ਰਿਕਾਰਡ ਤੋੜ ਜਿਹੜੀਆਂ ਰਹੀਆਂ। ਮੌਰਗੇਜ ਡੈਟ ਜਿਹੜਾ ਚੌਥੇ ਕੁਆਰਟਰ ਦੇ ਵਿੱਚ 200 ਤੇ 58 ਬਿਲੀਅਨ ਡਾਲਰ ਜਿਹੜਾ ਵਧਿਆ ਆ ਤੇ ਇਸ ਮੌਕੇ ਐਂਡ ਆਫ ਦਸੰਬਰ ਤੱਕ ਹੁਣ ਅਮਰੀਕਨਸ ਦੇ ਸਿਰ 10.9 ਟ੍ਰਿਲੀਅਨ ਡਾਲਰ ਜਿਹੜਾ ਕੁੱਲ ਹਾਊਸ ਹੋਲਡ ਦਾ ਇਹ ਜਿਹੜਾ ਮੌਰਗੇਜ ਦਾ ਜਿਹੜਾ ਡੈਟ ਇਸ ਟਾਈਮ ਬਣਿਆ ਪਿਆ ਹੈਗਾ ਆ। ਸੋ ਰਾਈਜ਼ਿੰਗ ਪ੍ਰਾਈਸਿਸ ਜਿਹੜੀਆਂ ਆਟੋ ਲੋਨਸ ਦੀਆਂ, ਕ੍ਰੈਡਿਟ ਕਾਰਡ ਦੀਆਂ ਵੀ ਜਿਹੜੀਆਂ ਉਹ ਵਧੀਆਂ ਹੈਗੀਆਂ ਆ। ਸੋ ਆંકੜੇ ਜਿਹੜੇ ਹਰਜੋਤ ਸਿੰਘ ਜੀ ਲਗਾਤਾਰ ਵੱਧਦੇ ਜਾ ਰਹੇ ਆ। ਆਪਾਂ ਇਹ ਵੀ ਦੇਖਿਆ ਵੀ ਪਿਛਲੇ ਜਿਹੜੇ ਦਸੰਬਰ ਦੇ ਵਿੱਚ ਮੀਟ ਦਾ, ਆਂਡੇ ਦਾ, ਦੁੱਧ ਦਾ ਇਹ ਵੀ ਪ੍ਰਾਈਸ ਜਿਹੜਾ ਆ 10% 14% ਤੱਕ ਕਈ ਜਿਹੜੇ ਚੀਜ਼ਾਂ ਦਾ ਉਹ ਵੱਧ ਗਿਆ ਹੈਗਾ ਆ। ਸੋ ਆਲਦੋ ਇਕੋਨਮੀ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਆ ਵੀ ਇਕੋਨਮੀ ਦੇ ਵਿੱਚ ਵਧੀਆ ਜਿਹੜਾ ਇਸ ਟਾਈਮ ਉਹ ਚੱਲ ਰਹੀ ਆ, ਪਰ ਇਨਫਲੇਸ਼ਨ ਮਹਿੰਗਾਈ ਆ ਉਸ ਨੂੰ ਜਿਹੜਾ ਆ ਬਹੁਤ ਜ਼ਿਆਦਾ ਉਸਨੇ ਜਿਹੜਾ ਲੱਕ ਤੋੜਿਆ ਹੈਗਾ ਆ। ਸੋ ਆਪਾਂ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਉਹ ਦੇਖਦੇ ਜਿਹੜੇ ਉਹ ਆਏ ਆ। ਆਈ ਥਿੰਕ 2007-8 ਤੋਂ ਬਾਅਦ ਦੇ ਵਿੱਚ 2000 ਹੁਣ 2021 ਦੇ ਵਿੱਚ ਇੰਨੀ ਜ਼ਿਆਦਾ ਮਹਿੰਗਾਈ ਜਿਹੜੀ ਉਹ ਹੋਈ ਆ ਤੇ ਲੋਕਾਂ ਦਾ ਲੱਕ ਮਹਿੰਗਾਈ ਦੇ ਕਰਕੇ ਜਿਹੜਾ ਆ ਉਹ ਹੁਣ ਟੁੱਟ ਰਿਹਾ ਹੈਗਾ ਆ। ਜੀ ਬਿਲਕੁਲ। ਯੂਐਸ ਟ੍ਰੇਡ ਡੈਫਿਸਿਟ ਵੀ ਰੈਕਡ ਹਿੱਟ ਹੋਇਆ ਸਨ 2021 ਦੇ ਵਿੱਚ। ਅਮਰੀਕਨਸ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਾਰਾਂ ਦੇ ਉੱਤੇ, ਘਰਾਂ ਦੇ ਉੱਤੇ ਬਹੁਤ ਪੈਸੇ ਖਰਚ ਕੀਤੇ ਆ, ਕਰਜ਼ਾ ਹੁਣ ਬਹੁਤ ਚਾੜ ਲਿਆ ਹੈਗਾ ਤੇ ਬਾਕੀ ਚੀਜ਼ਾਂ ਦਾ ਪ੍ਰਾਈਸ ਬਹੁਤ ਵੱਧ ਗਈ ਆ, ਗੈਸ ਦੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਤੇ ਦੂਸਰੇ ਪਾਸੇ ਅਮਰੀਕਨਸ ਨੇ ਕਹਿੰਦੇ ਵੀ ਕੰਪਿਊਟਰਸ ਤੇ ਗੇਮਸ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਖਰਚ ਕੀਤੇ ਹੈਗੇ ਆ। 27% ਡੈਫਿਸਿਟ ਇਨਕਰੀਜ਼ ਹੋਇਆ, ਆਲ ਟਾਈਮ ਹਾਈ 859.1 ਬਿਲੀਅਨ ਡਾਲਰ, ਕਿਉਂਕਿ ਘਰਾਂ 'ਚ ਬੈਠੇ ਆ, ਘਰਾਂ 'ਚ ਕੰਮ ਕਰਦੇ ਆ ਤੇ ਸਾਰਿਆਂ ਨੇ ਕੰਪਿਊਟਰ ਖਰੀਦੇ, ਗੇਮਸ ਬੱਚਿਆਂ ਨੇ। ਸੋ ਇਸ ਕਰਕੇ ਵੀ ਜਿਹੜਾ ਕਰਜ਼ਾ ਹੋਰ ਚੜ੍ਹਿਆ ਹੈਗਾ। ਜੀ, ਤੇ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਹੀ ਕਹਿੰਦੇ ਸਿਲਵਰ ਲਾਈਨਿੰਗ ਦੇਖਣ ਨੂੰ ਮਿਲੀ ਆ ਵੀ ਸਟੂਡੈਂਟ ਲੋਨਸ ਦੇ ਜਿਹੜੇ ਬੈਲੈਂਸ ਆ ਉਹ ਘਟੇ ਨੇ। 2021 ਦੇ ਵਿੱਚ 8 ਬਿਲੀਅਨ ਜਿਹੜੀਆਂ ਟੋਟਲ ਸਟੂਡੈਂਟ ਲੋਨਸ ਆ ਉਹ ਘਟੇ ਹੈਗੇ ਨੇ। ਉੱਦਾਂ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਜਿੰਨਾ ਵੀ ਅਮਰੀਕਨਸ ਦੇ ਉੱਤੇ ਜਿਹੜਾ ਉਹ ਡੈਟ ਹੈਗਾ ਆ ਉਸ ਦੇ ਵਿੱਚ ਆંકੜਿਆਂ ਦੇ ਵਿੱਚ ਸਟੂਡੈਂਟ ਲੋਨ ਇੱਕ ਬਹੁਤ ਵੱਡਾ ਆંકੜਾ ਆ ਉਹ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਸੋ ਅਮਰੀਕਨਸ ਸਟੂਡੈਂਟ ਲੋਨਸ ਦੀ ਮਾਰ ਹੇਠ ਵੀ ਚੰਗੇ ਜਿਹੜੇ ਉਹ ਫਸੇ ਪਏ ਨੇ, ਜਦ ਕਿ ਕਾਫੀ ਜ਼ਿਆਦਾ ਫੋਰਗਿਵਨੈਸ ਸਟੂਡੈਂਟ ਲੋਨ ਦੀ ਵੀ ਆਪਾਂ ਜਿਹੜੀ ਉਹ ਦੇਖੀ ਹੈਗੀ ਆ। ਤੇ ਮੰਗ ਤਾਂ ਇਹ ਉੱਠ ਰਹੀ ਆ ਵੀ ਜਿਹੜੀਆਂ ਸਾਰੇ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਜਾਵੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਹੌਟ ਇਨਫਲੇਸ਼ਨ ਕਰਕੇ ਜਿਹੜਾ ਫੈਡ ਆ ਉਹ ਕਹਿੰਦੇ ਵੀ ਸੁਪਰ ਸਾਈਜ਼ ਹਾਈਕ ਕਰ ਸਕਦਾ ਇੰਟਰਸਟ ਰੇਟ ਦਾ, ਗ੍ਰੇਟਰ ਦੈਨ ਐਕਸਪੈਕਟਡ। ਸੀਪੀਆਈ ਕੁੱਡ ਪ੍ਰੈਸ਼ਰ ਕਹਿੰਦੇ ਵੀ 50 ਬੇਸਿਸ ਪੁਆਇੰਟ। ਸੋ ਜੇ ਅੱਧਾ ਪੁਆਇੰਟ ਇੱਕਦਮ ਉਹ ਇਨਕਰੀਜ਼ ਕਰਦੇ ਆ, ਇਹਦੇ ਨਾਲ ਬਹੁਤ ਵੱਡਾ ਅਸਰ ਪਊਗਾ, ਖਾਸ ਕਰਕੇ ਰੀਅਲ ਸਟੇਟ ਮਾਰਕੀਟ ਤੇ ਲੋਨ ਮਾਰਕੀਟ ਤੇ। ਜਿਹੜੇ ਲੋਕ ਲੋਨ ਕਰਦੇ ਆ ਉਹ ਆਲਰੇਡੀ ਹੁਣ ਘਬਰਾ ਰਹੇ ਆ ਆਪਣੀ ਜੌਬਸ ਤੋਂ, ਕਿਉਂਕਿ ਬਹੁਤ ਐਪਲੀਕੇਸ਼ਨਾਂ ਘਟਣੀਆਂ ਸ਼ੁਰੂ ਹੋ ਗਈਆਂ। ਹੋਮ ਬਾਇਰਸ ਦੀ ਡਿਮਾਂਡ ਜਿਹੜੀ ਮੌਰਗੇਜ ਦੀ ਆ ਉਹ 10% ਘਟ ਗਈ ਆ ਪਿਛਲੇ ਹਫ਼ਤੇ ਦੇ ਦੌਰਾਨ। ਸੋ ਕਿਉਂਕਿ ਇੰਟਰਸਟ ਰੇਟ ਆਲਰੇਡੀ ਵੱਧ ਗਿਆ। ਜਿਹੜਾ ਲੋਨ ਅਮਾਊਂਟ 647,000 ਰੱਖਿਆ ਗਿਆ ਕਨਵੈਨਸ਼ਨਲ ਲੋਨ 30 ਈਅਰ ਫਿਕਸ, ਉਹ ਹੁਣ ਇੰਟਰਸਟ ਰੇਟ 3.78 ਤੋਂ ਵੱਧ ਕੇ 3.83 ਤੇ ਚਲੇ ਗਿਆ, 3.83 ਤੇ ਇੱਕ ਵੀਕ ਦੇ ਵਿੱਚ। ਸੋ ਇਹਦੇ ਨਾਲ ਐਪਲੀਕੇਸ਼ਨਾਂ ਜਿਹੜੀਆਂ ਰੀਫਾਈਨਾਂਸ ਵਾਲੀਆਂ ਹੋਮ ਲੋਨ ਦੀਆਂ ਉਹ 7% ਇੱਕ ਹਫ਼ਤੇ ਦੇ ਵਿੱਚ ਘਟੀਆਂ ਹੈਗੀਆਂ, ਜੋ ਕਿ 52% ਘੱਟ ਆ ਪਿਛਲੇ 1 ਸਾਲ ਨਾਲੋਂ। ਸੋ ਤੁਸੀਂ ਦੇਖ ਸਕਦੇ ਇੱਕਦਮ ਹੀ ਫਿਰ ਵੱਡਾ ਇਹ ਝਟਕਾ ਲੱਗਾ ਹੈਗਾ। ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਜਿਹੜੇ ਵੇਟ ਕਰ ਰਹੇ ਘਰ ਖਰੀਦਣ ਲਈ, ਉਹਨਾਂ ਲਈ ਵੀ ਕੋਈ ਬਾਹਲੀ ਖੁਸ਼ਖਬਰੀ ਵਾਲੀ ਗੱਲ ਨਹੀਂ ਹੈ, ਕਿਉਂਕਿ ਜਿਹੜੀ ਇਨਵੈਂਟੋਰੀ ਆ ਉਹ ਬਹੁਤ ਹੀ ਘੱਟ ਹੈਗੀ ਆ। ਸਭ ਤੋਂ ਲੋਐਸਟ ਇਨਵੈਂਟੋਰੀ ਆ ਇਸ ਵੇਲੇ। ਸੋ ਇਸੇ ਕਰਕੇ ਜਿਹੜੀਆਂ ਪ੍ਰਾਈਸਿਸ ਆ ਉਹ ਘਟ ਨਹੀਂ ਰਹੀਆਂ। ਟੋਟਲ ਇਨਵੈਂਟੋਰੀ ਆਫ ਹੋਮ ਸੇਲਸ
28% ਡਾਊਨ ਆ ਜਨਵਰੀ 'ਚ, ਇਸ ਸਾਲ ਜਨਵਰੀ 'ਚ, ਪਿਛਲੇ ਸਾਲ ਦੀ ਜਨਵਰੀ ਦੇ ਮੁਤਾਬਕ। ਸੋ ਘਰਾਂ ਦੀ ਇਨਵੈਂਟਰੀ ਬਹੁਤ ਘਟੀ ਆ, ਇੰਟਰਸਟ ਰੇਟ ਵੱਧ ਰਿਹਾ ਆ, ਤੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਫੈਡ ਕਹਿੰਦੇ ਹੋ ਸਕਦਾ ਵੀ 0.5% ਇੱਕਦਮ ਵਧਾ ਦੇ, ਉਹਦੇ ਨਾਲ ਫਿਰ ਕਾਫੀ ਇੰਟਰਸਟ ਰੇਟ ਉੱਪਰ ਜਾਊਗਾ। ਜੀ, ਸੋ ਇਹ ਤਾਂ ਹੈ ਹਰਜੋਤ ਸਿੰਘ ਜੀ ਵੀ ਪ੍ਰੋਬਲਮ ਤਾਂ ਇਹ ਇਸ ਟਾਈਮ ਬਹੁਤ ਵੱਡੀ ਜਿਹੜੀ ਉਹ ਹੈਗੀ ਆ। ਲੋਨ ਪੇਮੈਂਟਸ ਦੇ ਵਿੱਚ ਵੀ ਆਪਾਂ ਦੇਖਿਆ ਵੀ ਪਿਛਲੇ ਸਾਲ ਜਿਹੜੀ ਫੋਰਬੀਅਰੈਂਸ ਜਿਹੜੀ ਉਹ ਮਿਲੀ ਸੀਗੀ ਪੈਂਡੈਮਿਕ ਦੇ ਦੌਰਾਨ, ਲੋਕਾਂ ਨੂੰ ਘੱਟ ਜਿਹੜੇ ਲੋਨ ਦੇਣੇ ਪਏ, ਜਿਨ੍ਹਾਂ ਨੂੰ ਕੋਵਿਡ ਦਾ ਜਿਹੜਾ ਅਸਰ ਆ ਉਹ ਰਿਹਾ ਸੀਗਾ। ਸੋ ਪਰ ਇਵੈਂਚੁਅਲੀ ਉਹ ਸਾਰੀਆਂ ਥਿੰਗਾਂ ਨੇ ਕੈਚ ਅਪ ਕਰਨਾ ਹੈਗਾ ਆ। ਸੋ ਬੰਦਾ ਕਈ ਵਾਰੀ ਕੀ ਦੇਖਦਾ ਵੀ ਚੱਲ ਯਾਰ ਮੇਰਾ ਹੁਣ 1000-1500 ਜਾਂ $2000 ਮੈਂ ਹੁਣ ਨਹੀਂ ਦੇ ਰਿਹਾ, ਕੁਛ ਹੋਰ ਲੈ ਲਵਾਂ, ਪਰ ਉਹ ਬੰਦਾ ਕਈ ਵਾਰੀ ਮਨ ਚੋਂ ਵਿਸਾਰ ਲੈਂਦਾ ਵੀ ਨਾ ਭਾਈ ਇਹ ਤਾਂ ਮੁੜ ਕੇ ਕੁਛ ਮਹੀਨਿਆਂ ਨੂੰ ਜਿਹੜਾ ਸ਼ੁਰੂ ਹੋ ਜਾਣਾ ਆ, ਤੇ ਖਰਚੇ ਜਿਹੜੇ ਉਹ ਜ਼ਿਆਦਾ ਵੱਧ ਜਾਂਦੇ ਹੈਗੇ ਆ। ਸੋ ਬਹੁਤ ਹੀ ਇਤਮਾਨਾਨ ਦੇ ਨਾਲ ਜਿਹੜੇ ਠੰਡੇ ਹੋ ਕੇ ਇਹ ਜਿਹੜੇ ਫੈਸਲੇ ਆ ਉਹ ਲੈਣੇ ਜਿਹੜੇ ਉਹ ਤੁਹਾਨੂੰ ਚਾਹੀਦੇ ਹੈਗੇ ਆ, ਵੀ ਤੁਸੀਂ ਇਕੋਨਮੀ ਦੇ ਬਾਬਤ ਜਿਹੜਾ ਉਹ ਕੀ ਸੋਚ ਰਹੇ ਹੈਗੇ ਆ। ਸੋ ਜੀ, ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਪੈਂਡੇਮਿਕ ਤੋਂ ਲੈ ਕੇ ਐਂਡੈਮਿਕ ਤੱਕ ਇੱਕ ਯੂਨੀਵਰਸਿਟੀ ਆਫ ਡੈਨਵਰ ਕੋਲੋਰਾਡੋ ਦੇ ਇਕੋਨੋਮਿਸਟ ਪ੍ਰੋਫੈਸਰ ਆ ਜੀਓ ਜੂਨ, ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇਸ ਪੈਂਡੇਮਿਕ ਨੇ ਲੋਕਾਂ ਨੂੰ ਚੇਂਜ ਕੀਤਾ ਹੈਗਾ। ਕਹਿੰਦੇ ਜਿਹੜੀਆਂ ਹਾਈ ਟੈਕ ਫਰਮਸ ਆ, ਜਾਂ ਜਿਹੜੇ ਲੋਕ ਉਹਨਾਂ ਕੰਪਨੀਆਂ 'ਚ ਕੰਮ ਕਰਦੇ ਆ, ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੇ ਅਪਰ ਇਨਕਮ ਲੋਕ ਜਿਹੜੇ ਆ, ਉਹਨਾਂ ਨੂੰ ਇਸ ਮਹਾਮਾਰੀ ਦਾ ਬਹੁਤ ਫਾਇਦਾ ਹੋਇਆ ਪੈਂਡੇਮਿਕ ਦਾ। ਕਹਿੰਦੇ ਵੀ ਉਹਨਾਂ ਨੇ ਆਟੋਮੇਸ਼ਨ ਐਕਸਲਰੇਟ ਕੀਤੀ ਆ, ਮਾਰਕੀਟ ਦੇ ਵਿੱਚ ਬਹੁਤ ਬੂਮ ਰਿਹਾ ਸਟਾਕ ਮਾਰਕੀਟ ਦੇ ਵਿੱਚ, ਤੇ ਲੋਕਾਂ ਨੇ ਬਹੁਤ ਪੈਸੇ ਬਣਾਏ ਆ। ਪਰ ਦੂਸਰੇ ਪਾਸੇ ਜਿਹੜੇ ਹੈਲਥ ਤੇ ਸੋਸ਼ਲ ਬਾਇਓਲੋਜੀਕਲ ਫੀਲਡ ਦੇ ਵਿੱਚ ਕੰਮ ਕਰਦੇ ਸੀ, ਉਹ ਮੈਂਟਲੀ ਉਹਨਾਂ ਦੇ ਉੱਤੇ ਬਹੁਤ ਅਸਰ ਪਿਆ, ਕਿਉਂਕਿ ਜਿਹੜੇ ਹਸਪਤਾਲਾਂ ਦੇ ਵਿੱਚ ਚਾਹੇ ਉਹ ਨਰਸਸ ਸੀਗੀਆਂ, ਡਾਕਟਰ ਸੀਗੀਆਂ, ਫੀਲਡ 'ਚ ਕੰਮ ਕਰਦੀਆਂ ਸੀਗੀਆਂ, ਉਹਨਾਂ ਨੇ ਇੰਨੀਆਂ ਮੌਤਾਂ ਦੇਖੀਆਂ, ਇੰਨੇ ਲੋਕ ਬਿਮਾਰ ਦੇਖੇ, ਉਹਨਾਂ ਦੀ ਸਿਹਤ ਤੇ ਬਹੁਤ ਅਸਰ ਪਿਆ। ਬਹੁਤ ਸਾਰੇ ਲੋਕਾਂ ਨੇ ਜੌਬਸ ਆਪਣੀਆਂ ਕੁਇਟ ਵੀ ਕਰ ਦਿੱਤੀਆਂ। ਬਾਕੀ ਜਿਹੜੀ ਹੋਰ ਸੈਕਟਰ ਹੈਗਾ ਰੀਟੇਲ ਦਾ, ਉਹ ਸਭ ਤੋਂ ਜ਼ਿਆਦਾ ਜਿਹੜਾ ਹਰਟ ਹੋਇਆ ਹੈਗਾ, ਜਾਂ ਜਿਹੜੇ ਕੋਈ ਫਾਰਮਰਸ ਆ, ਜਿਹੜੇ ਲੋ ਪੇਇੰਗ ਜੌਬ ਵਾਲੇ ਆ, ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਇਸ ਪੈਂਡੇਮਿਕ ਦੇ ਨਾਲ ਨੁਕਸਾਨ ਹੋਇਆ ਹੈਗਾ। ਇਹ ਯੂਨੀਵਰਸਿਟੀ ਆਫ ਡੈਨਵਰ ਦੇ ਇੱਕ ਪ੍ਰੋਫੈਸਰ ਆ, ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਛ ਇਕੱਲਾ ਅਮਰੀਕਾ 'ਚ ਨਹੀਂ ਹੋਇਆ, ਪੂਰੀ ਦੁਨੀਆ ਦੇ ਵਿੱਚ ਇਸ ਹਿਸਾਬ ਦੇ ਨਾਲ ਚੇਂਜਸ ਆਈਆਂ ਹੈਗੀਆਂ। ਜੀ, ਜੀ, ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤਾਂ ਕਹਿੰਦੇ ਆ ਸਟਾਰਬਕਸ ਦੇ ਨਾਲ ਇੱਕ ਸੰਬੰਧਿਤ ਜਿਹੜੀ ਖਬਰ ਆ, ਕਹਿੰਦੇ ਵੀ ਉਹਨਾਂ ਨੇ 7 ਜਿਹੜੇ ਆਪਣੇ ਵਰਕਰ ਆ, ਉਹਨਾਂ ਨੂੰ ਫਾਇਰ ਜਿਹੜਾ ਆ ਉਹ ਕੀਤਾ ਆ ਮੈਂਫਿਸ ਟੈਨਸੀ ਦੇ ਵਿੱਚ। ਕਹਿੰਦੇ ਵੀ ਇਹ ਯੂਨੀਅਨ ਬਣਾਉਣ ਦੀ ਕੰਮ ਦੇ ਵਿੱਚ ਉਹ ਮੋਹਰੀ ਸੀਗੇ, ਇਨਵੋਲਵ ਜਿਹੜੇ ਉਹ ਸੀਗੇ। ਕਹਿੰਦੇ ਵੀ ਹੁਣ ਇਸ ਕੰਪਨੀ ਦੇ ਉੱਤੇ ਵੀ ਲਗਾਤਾਰ ਇਹ ਦੋਸ਼ ਜਿਹੜੇ ਉਹ ਵੱਧ ਰਹੇ ਆ, ਐਮਾਜ਼ੋਨ ਦੇ ਵਾਂਗੂ ਹੀ, ਵੀ ਆਪਣੇ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਯੂਨੀਅਨ ਬਣਾਉਣ ਦੇ ਵਿੱਚ ਰੋਕ ਰਹੇ ਆ। ਇਸ ਤੋਂ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਆ ਵੋਟਿੰਗ ਕਰਵਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਆ ਸਟਾਰਬਕਸ ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਆਈਆਂ ਆ। ਸੋ ਮੈਂਫਿਸ ਟੈਨਸੀ ਦੇ ਵਿੱਚ ਇਹਨਾਂ ਨੇ 7 ਜਾਣੇ ਜਿਹੜੇ ਉਹ ਫਾਇਰ ਕਰ ਦਿੱਤੇ ਆ। ਇੱਕ ਥੋੜੀ ਜਿਹੀ ਡਿਫਰੈਂਟ ਖਬਰ ਜਿਹੜੀ ਹਰਜੋਤ ਸਿੰਘ ਜੀ ਸਾਂਝੀ ਕਰਦੇ ਜਾਈਏ, ਜੈਫ ਬੇਜ਼ੋਸ, ਜਿਵੇਂ ਆਪਾਂ ਜਾਣਦੇ ਹੀ ਹਾਂ ਵੀ ਦੁਨੀਆ ਦਾ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਇੱਕ ਹੈਗਾ ਆ। ਕਹਿੰਦਾ ਵੀ ਇਹਦਾ ਜਿਹੜਾ ਯਾਚ ਇੱਕ ਤਿਆਰ ਕੀਤਾ ਜਾ ਰਿਹਾ ਹੈਗਾ ਰੋਟਰਡੈਮ, ਨੀਦਰਲੈਂਡਸ, ਜਿਹੜੀ ਇੱਕ ਡੱਚ ਸਿਟੀ ਆ, ਉੱਥੇ ਉਹ ਜਿੱਥੇ ਤਿਆਰ ਕੀਤਾ ਜਾ ਰਿਹਾ ਆ, ਤੇ ਉਹਨਾਂ ਨੇ ਜਿਹੜਾ ਇੱਕ ਦਰਿਆ ਵਗਦਾ ਆ, ਉਸ ਦੇ ਵਿੱਚੋਂ ਕੱਢਣਾ, ਤੇ ਉਹਦੇ ਵਿੱਚ ਇੱਕ ਪੁਰਾਣਾ ਪੁੱਲ ਆਉਂਦਾ ਆ। ਇਹ ਉਧਰੋਂ ਦੀ ਜਿਹੜਾ ਲੰਘਣ ਦੇ ਲਈ ਕਹਿੰਦੇ ਪੁੱਲ ਨੂੰ ਹੀ ਡਿਸਮੈਂਟਲ ਕਰਨਾ ਪਊਗਾ। ਪੂਰੇ ਦਾ ਪੂਰਾ ਹੀ ਜਿਹੜਾ ਪੁੱਲ ਆ ਉਹਨੂੰ ਉਹਨਾਂ ਨੇ ਲਾਉਣਾ ਪੈਣਾ ਆ, ਖੋਲ੍ਹਣਾ ਪੈਣਾ ਆ, ਤੇ ਮੁੜ ਕੇ ਦੁਬਾਰਾ ਜਿਹੜਾ ਆ ਉਹ ਲਾਇਆ ਜਾਊਗਾ। ਸਿਟੀ ਨੇ ਕੁਝ ਸਾਲ ਪਹਿਲਾਂ ਉੱਥੋਂ ਦੀ ਨੇ ਇਹ ਐਲਾਨ ਕੀਤਾ ਸੀਗਾ, ਇਸ ਨੂੰ ਪ੍ਰੋਟੈਕਸ਼ਨ ਦੇ ਵਿੱਚ ਲਿਆਂਦਾ ਸੀਗਾ ਵੀ ਇਸ ਦੇ ਉੱਤੇ ਕੁਝ ਵੀ ਕੀਤਾ ਨਹੀਂ ਜਾਊਗਾ। ਪਰ ਸਿਟੀ ਨੂੰ ਕਹਿੰਦੇ ਆ ਵੀ ਉਹ ਹਰਜਾਨਾ ਦੇਣ ਦੇ ਲਈ ਤਿਆਰ ਆ, ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਐਲਾਨ ਕੀਤਾ ਆ ਵੀ ਅਸੀਂ ਆਪਣੇ ਇਸ ਪੁੱਲ ਨੂੰ ਡਿਸਮੈਂਟਲ ਕਰਨਗੇ। ਪਰ ਉੱਥੋਂ ਦੇ ਜਿਹੜੇ ਲੋਕ ਆ ਰੋਟਰਡੈਮ ਦੇ, ਉਹ ਨਾਖੁਸ਼ ਨੇ। ਉਹਨਾਂ ਨੇ ਕਿਹਾ ਵੀ ਜਦੋਂ ਵੀ ਇਹਦਾ ਯਾਚ ਆਵੇਗਾ ਤੇ ਅਸੀਂ ਆਂਡਿਆਂ ਨਾਲ ਸਵਾਗਤ ਕਰਨਾ ਆ, ਵੀ ਆਂਡੇ ਜਿਹੜੇ ਮਾਰ ਕੇ ਇਸ ਦੇ ਯਾਚ ਨੂੰ ਜਿਹੜਾ ਆ ਅਸੀਂ ਸਵਾਗਤ
ਕਰਾਂਗੇ। ਸੋ ਕਹਿੰਦੇ ਵੀ ਇੰਨਾ ਕੁ ਵੱਡਾ ਜਿਹੜਾ ਇਸ ਦਾ ਯਾਚ ਹੈਗਾ ਆ ਵੀ ਕਈ ਫੁੱਟ ਦਰਜਨਾਂ ਹੀ ਫੁੱਟ ਉੱਚੇ ਇਸ ਪੁਲ ਦੇ ਥੱਲੋਂ ਤਾਂ ਵੀ ਜਿਹੜਾ ਆ ਉਹ ਨਹੀਂ ਲੰਘ ਸਕੂਗਾ ਇਸ ਨੂੰ ਜਿਹੜੇ ਉਹ ਤੋੜੇ ਬਗੈਰ ਜਾਂ ਇਸ ਨੂੰ ਜਿਹੜਾ ਉਹ ਖੋਲੇ ਬਗੈਰ। ਸੋ ਰੋਟਰਡੈਮ ਦੇ ਇਹ ਜਿਹੜੇ ਲੋਕ ਆ ਬੜੇ ਨਾਖੁਸ਼ ਨੇ। 1927 ਦਾ ਇਹ ਜਿਹੜਾ ਰੇਲਵੇ ਬ੍ਰਿਜ ਡੀਹੈਫ ਕਰਕੇ ਜਿਸ ਦਾ ਨਾਮ ਆ ਉਹ ਉੱਥੇ ਬਣਿਆ ਪਿਆ ਆ ਤੇ ਹੁਣ ਲੋਕ ਨਾਖੁਸ਼ ਨੇ ਵੀ ਇਸ ਅਮੀਰ ਬੰਦੇ ਦੀ ਇੱਕ ਕਿਸ਼ਤੀ ਜਿਹੜੀ ਇੱਧਰੋਂ ਲੰਘਣੀ ਹੈਗੀ ਆ। 130 ਫੁੱਟ ਦੀ ਕਲੀਅਰੈਂਸ ਆ ਹਰਜੋਤ ਸਿੰਘ ਜੀ ਇਸ ਦੀ ਬ੍ਰਿਜ ਦੀ, ਤਾਂ ਵੀ ਏਡਾ ਵੱਡਾ ਯਾਚ ਆ ਕਹਿੰਦੇ ਤਾਂ ਵੀ ਇਹਦੇ ਥੱਲੋਂ ਦੀ ਜਿਹੜਾ ਉਹ ਨਹੀਂ ਲੰਘ ਸਕਣਾ ਤੇ ਕਹਿੰਦੇ ਆ ਤਾਂ ਸਹੀ ਭਾਈ ਫਿਰ ਤੈਨੂੰ ਆਂਡਿਆਂ ਨਾਲ ਹੀ ਸਵਾਗਤ ਕਰਦੇ ਆ। ਜੀ, ਅਗਲੀ ਖਬਰ ਆਪਾਂ ਟੈਕਸ ਦੇ ਸੰਬੰਧ ਦੇ ਵਿੱਚ ਸਾਂਝੀ ਕਰਨੀ ਆ ਰਾਜਕਰਨਵੀਰ ਸਿੰਘ ਜੀ। ਤੇ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਜਦੋਂ ਵੀ ਤੁਸੀਂ ਕੋਈ ਪ੍ਰੋਫੈਸ਼ਨਲ ਸੇਵਾ ਲੈਂਦੇ ਆ, ਪ੍ਰੋਫੈਸ਼ਨਲ ਕੰਮ ਕਰਨਾ, ਜੇ ਤੁਸੀਂ ਰੀਅਲ ਸਟੇਟ ਦਾ ਤੇ ਪ੍ਰੋਫੈਸ਼ਨਲ ਰੀਅਲਟਰ ਨਾਲ ਗੱਲ ਕਰੋ, ਮੌਰਗੇਜ ਦਾ ਪ੍ਰੋਫੈਸ਼ਨਲ ਮੌਰਗੇਜ ਨਾਲ ਗੱਲ ਕਰੋ, ਇੰਸ਼ੋਰੈਂਸ ਦਾ ਜਿਹੜਾ ਪ੍ਰੋਫੈਸ਼ਨਲ ਇੰਸ਼ੋਰੈਂਸ ਦਾ ਬ੍ਰੋਕਰ ਆ, ਤੇ ਇਸੇ ਤਰ੍ਹਾਂ ਟੈਕਸ ਵਾਲਾ ਜਿਹੜਾ ਪ੍ਰੋਫੈਸ਼ਨਲ ਟੈਕਸ ਸਰਵਿਸ ਕਰ ਰਿਹਾ ਉਹਦੇ ਨਾਲ ਗੱਲਬਾਤ ਕਰਿਆ ਕਰੋ। ਕਿਉਂਕਿ ਬਹੁਤ ਵਾਰੀ ਕੀ ਆ ਵੀ ਆਪਾਂ ਲਾਲਚ ਕਰ ਜਾਂਦੇ ਜੀ ਆ ਸਾਡਾ ਇੱਥੇ $50-60 ਚ ਹੋ ਜਾਣਾ, ਆਨਲਾਈਨ ਹੀ ਭਰ ਦਿੰਦੇ ਆ। ਕੀ ਹੁੰਦਾ ਵੀ ਉਹਦੇ 'ਚ ਜਦੋਂ ਤੁਸੀਂ ਪਰਸਨ ਟੂ ਪਰਸਨ ਫੋਨ ਤੇ ਗੱਲ ਕਰਦੇ ਆ ਜਾਂ ਸਾਹਮਣੇ ਬੈਠ ਕੇ ਗੱਲ ਕਰਦੇ ਆ, ਜਿਹੜਾ ਐਕਸਪਰਟ ਹੁੰਦਾ ਆ ਉਹਨੂੰ ਬਹੁਤ ਸਾਰੇ ਲੂਪ ਹੋਲਸ, ਬਹੁਤ ਸਾਰੀਆਂ ਜਿਹੜੀਆਂ ਨਵੀਆਂ ਚੇਂਜਸ ਆਉਂਦੀਆਂ ਉਹਦੇ ਬਾਰੇ ਪਤਾ ਹੁੰਦਾ ਹੈਗਾ ਆ। ਤੇ ਜੇ $50-100 ਐਕਸਟਰਾ ਵੀ ਲੱਗ ਜਾਏ, ਕਈ ਵਾਰੀ $1000 ਤੁਹਾਡੇ ਬਚ ਜਾਂਦੇ ਹੈਗੇ ਆ। ਸੋ ਟੈਕਸ ਸੀਜ਼ਨ ਚੱਲ ਰਿਹਾ। ਟੈਕਸ ਦੇ ਸੰਬੰਧ ਦੇ ਵਿੱਚ ਇੱਕ ਖਬਰ ਆ, ਕਹਿੰਦੇ ਵੀ $8000 ਤੱਕ ਦਾ ਚਾਈਲਡ ਟੈਕਸ ਕ੍ਰੈਡਿਟ ਪੇਰੈਂਟਸ ਨੂੰ ਮਿਲ ਸਕਦਾ ਤੇ ਬਹੁਤੇ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ। ਸੋ ਇਹ ਐਕਸਪੈਂਡਡ ਟੈਕਸ ਬ੍ਰੇਕ ਜਿਹੜੀ ਆ ਇਹ 50% ਜਿਹੜਾ ਤੁਹਾਡਾ ਚਾਈਲਡ ਕੇਅਰ ਐਕਸਪੈਂਸ ਆ। ਜੇ ਕਹਿੰਦੇ ਤੁਹਾਡੇ 2 ਬੱਚੇ ਹੈਗੇ ਜਾਂ 2 ਤੋਂ ਵੱਧ ਆ, $16000 ਤੁਸੀਂ ਉਹਨਾਂ ਦੇ ਚਾਈਲਡ ਕੇਅਰ ਦੇ ਉੱਤੇ ਲਾਇਆ ਤੇ ਉਹਦਾ ਤੁਸੀਂ 50% ਕਲੇਮ ਕਰ ਸਕਦੇ ਹੈਗੇ ਆ ਸਨ 2021 ਦੇ ਜਿਹੜੇ ਟੈਕਸ ਹੈਗੇ ਆ। ਸੋ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਪਹਿਲਾਂ ਜਿਹੜੇ ਪੇਰੈਂਟਸ ਸੀਗੇ ਇਸ ਤੋਂ ਪਹਿਲਾਂ ਉਹ ਸਿਰਫ 35% ਹੀ $6000 ਦਾ ਕਵਰ ਕਰ ਸਕਦੇ ਸੀ। ਵੀ ਜੇ ਤੁਸੀਂ ਚਾਈਲਡ ਕੇਅਰ ਲਈ $6000 ਮੰਨ ਲਓ ਸਪੈਂਡ ਕੀਤਾ ਸਾਲ 'ਚ, ਤੇ ਉਹਦਾ 35% ਕਲੇਮ ਕਰ ਸਕਦੇ ਸੀ, ਮੈਕਸੀਮਮ $2100 ਤੱਕ। ਤੇ ਹੁਣ ਇਹ ਲਿਮਿਟ ਵਧਾ ਦਿੱਤੀ ਗਈ $16000 ਤੇ। ਜੇ ਕਿਸੇ ਦਾ ਇੱਕ ਬੱਚਾ ਆ ਤੇ ਤੁਸੀਂ $8000 ਚਾਈਲਡ ਕੇਅਰ ਦੇ ਉੱਤੇ ਸਪੈਂਡ ਕੀਤੇ ਤੇ 50% ਤੁਸੀਂ ਜਿਹੜਾ ਆ ਉਹ ਕਲੇਮ ਕਰ ਸਕਦੇ ਆ ਉਹਦਾ ਵੀ ਹਾਂਜੀ ਮੈਂ ਚਾਈਲਡ ਕੇਅਰ ਤੇ ਸਪੈਂਡ ਕੀਤੇ ਸੀ ਤੇ 50% ਮੰਨ ਲਓ ਵੀ $4000 ਦਾ ਤੁਹਾਨੂੰ ਉਹ ਟੈਕਸ ਦੇ ਵਿੱਚ ਫਾਇਦਾ ਹੋ ਸਕਦਾ ਆ। ਇਹ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਹੈਗਾ। ਸੋ ਬਹੁਤ ਸਾਰੇ ਇਦਾਂ ਦੇ ਰੂਲ ਹੁੰਦੇ ਆ। ਸੋ ਜਿੰਨੇ ਵੀ ਟੈਕਸ ਭਰ ਰਹੇ ਆ, ਪਲੀਜ਼ ਪ੍ਰੋਫੈਸ਼ਨਲ ਟੈਕਸ ਵਾਲੇ ਨਾਲ, ਜਿਹੜਾ ਕੋਈ 5 7 10 ਸਾਲ ਤੋਂ ਭਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਨਵੇਂ ਰੂਲਸ ਕੀ ਚੇਂਜ ਹੋ ਰਿਹਾ, ਉਹਦੇ ਨਾਲ ਗੱਲਬਾਤ ਕਰੋ ਤੇ ਤੁਹਾਨੂੰ ਟੈਕਸ ਦੇ ਵਿੱਚ ਕਾਫੀ ਫਾਇਦਾ ਹੋ ਸਕਦਾ ਹੈਗਾ। ਸਾਡੇ ਆਫਿਸ ਨਾ ਕਾਲ ਕਰਿਓ ਕਿਉਂਕਿ ਟੈਕਸ ਨਾਲ ਰਿਲੇਟਡ ਜੌਬ ਆ, ਟੈਕਸ ਨਾਲ ਰਿਲੇਟਡ ਗੱਲਬਾਤ ਆ। ਸਿਰਫ ਮੈਂ ਇਹ ਜਿਹੜੀ ਨਿਊਜ਼ ਆ CVS ਦੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਇਹ ਉਹਨਾਂ ਨੇ ਸਰਵੇ ਕੀਤਾ ਵੀ ਬਹੁਤ ਸਾਰੇ ਪੇਰੈਂਟਸ ਨੂੰ ਪਤਾ ਨਹੀਂ ਹੈ ਵੀ ਇਹ ਕ੍ਰੈਡਿਟ ਇਸ ਵਾਰੀ ਹੈਗਾ ਆ। ਸੋ ਇਸ ਕਰਕੇ ਆਪਣੀ ਟੈਕਸ ਵਾਲਾ ਜਿਹੜਾ ਤੁਹਾਡਾ ਟੈਕਸ CPA ਆ ਜਾਂ ਅਕਾਊਂਟੈਂਟ ਆ ਉਹਦੇ ਨਾਲ ਗੱਲਬਾਤ ਕਰ ਲਿਓ। ਜੀ, ਤੇ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ ਤੇ ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।